ਸਾਥੀਓ ਰੀਸੈਂਟ ਦੇ ਵਿੱਚ ਨਾ ਭਾਰਤ ਵਿੱਚ ਬਹੁਤ ਵੱਡਾ ਹੈਲਥ ਸ਼ਿਵਰ ਲਾ ਕੇ ਹਟਿਆ। ਸ਼ਿਵਰ ਦਾ ਮਤਲਬ ਨਾਂ ਹੀ ਸੀਗਾ ਹੈਲਥ ਚਿੰਤਨ ਸ਼ਿਵਰ। ਨਾਮ ਉਹਦਾ ਹੈਲਥ ਚਿੰਤਨ ਸ਼ਿਵਰ, ਪੰਜਾਬੀ ਹਿੰਦੀ 'ਚ ਹੈਲਥ ਚਿੰਤਨ ਸ਼ਿਵਰ। ਨਾਂ ਤੋਂ ਕਲੀਅਰ ਹੋਇਆ ਹੋਊਗਾ ਵੀ ਕੀ ਗੱਲ ਆ। ਇਹ 'ਚ ਨਾ ਹੈਲਥ 'ਤੇ ਫੋਕਸ ਕੀਤੀ ਗਈ। ਆਉਣ ਵਾਲੇ ਸਾਲਾਂ ਵਾਸਤੇ ਭਾਰਤ ਵਿੱਚ ਜਿਹੜੀ ਹੈਲਥ ਆ ਉਹ ਕਿਵੇਂ ਹੋਣੀ ਚਾਹੀਦੀ ਆ, ਉਹਦੇ ਵਿੱਚ ਕੀ ਕੀ ਸੁਧਾਰ ਕਰਨੇ, ਇਹ 'ਤੇ ਬਹੁਤ ਵੱਡੀ ਮੀਟਿੰਗ ਹੋ ਕੇ ਹਟੀ ਆ ਭਾਰਤ ਦੇ ਵਿੱਚ ਕਰ। ਕਿਉਂਕਿ ਹੁਣ ਤਾਂ ਕਰੋਨਾ ਦਾ ਸਮਾਂ ਲੰਘ ਕੇ ਹਟਿਆ, ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਨੇ ਕਰੋਨਾ ਦੇ ਵਿੱਚ ਕਰ। ਹੁਣ ਅੰਕੜੇ ਆਏ ਨੇ ਕਿ ਆਪਾਂ ਕਹਿੰਦੇ ਵੀ ਕਰੋਨਾ ਦੇ ਨਾਲ ਤਾਂ ਕੁਝ ਨਹੀਂ ਹੋ ਰਿਹਾ, ਕੁਝ ਨਹੀਂ ਹੋ ਰਿਹਾ, ਪਰ ਕਰੋਨਾ ਕਰਕੇ ਰਿਪੋਰਟ ਆਈ ਇੱਕ ਵਰਲਡ ਦੀ, ਜਿਸ 'ਚ ਕਿਹਾ ਗਿਆ ਕਿ 45 ਲੱਖ ਮੌਤਾਂ ਹੋ ਗਈਆਂ ਓਨਲੀ ਐਂਡ ਓਨਲੀ ਇੰਡੀਆ ਦੇ ਵਿੱਚ ਕਰ। ਇੰਡੀਆ 'ਚ ਵੱਡੀ ਗਿਣਤੀ ਦੇ ਕਰਕੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ। ਭਾਵੇਂ ਜਿਹਨੂੰ ਆਪਾਂ ਕਹਿੰਦੇ ਜਦੋਂ ਉਹੀ ਵੇਦੇ ਉਹਨੂੰ ਉਹੀ ਕਰੋਨਾ ਕਹਿਤਾ, ਪਰ ਉਹ ਮੌਤ ਸੱਚੀ ਕਰੋਨਾ ਨਾਲ ਹੋਈ ਸੀ। ਇੱਕ ਡਾਟਾ ਆਇਆ ਬਹੁਤ ਵੱਡਾ, ਕਾਫੀ ਵੱਡੀ ਗਿਣਤੀ 'ਚ ਕੀ ਮੌਤਾਂ ਹੋਈਆਂ ਨੇ। ਤਾਂ ਹੁਣ ਹੋਰ ਸੁਧਾਰ ਕਰਨੇ, ਕੱਲ੍ਹ ਨੂੰ ਕੋਈ ਹੋਰ ਪੈਂਡੇਮਿਕ ਨਾ ਆ ਜਾਵੇ, ਕੱਲ੍ਹ ਨੂੰ ਕੋਈ ਹੋਰ ਬਿਮਾਰੀ ਨਾ ਆ ਜਾਵੇ, ਤਾਂ ਭਾਰਤ ਸਰਕਾਰ ਕੀ ਸੁਧਾਰ ਕਰੂ। ਤਾਂ ਕੁਐਸਚਨ ਆਊ ਵੀ ਰੀਸੈਂਟ 'ਚ ਹੈਲਥ ਚਿੰਤਨ ਸ਼ਿਵਰ ਹੋਇਆਗਾ। ਕੁਐਸਚਨ ਹੋਊਗਾ ਵੀ ਕਿੱਥੇ ਹੋਇਆ ਪਹਿਲੀ ਗੱਲ ਵਿੱਚ ਕਰਦਾ। ਸਾਥੀਓ ਕਿੱਥੇ ਹੋਇਆ, ਅਸੀਂ ਦੇਖਦੇ ਹਾਂ ਗੁਜਰਾਤ ਦਾ ਸ਼ਹਿਰ ਹੈਗਾ ਕਿਹੜਾ, ਵਡੋਦਰਾ। ਨਾਮ ਰੱਖਣਾ ਗੁਜਰਾਤ ਦੇ ਸ਼ਹਿਰ ਕਿੱਥੇ ਹੋਇਆਗਾ, ਵਡੋਦਰਾ ਦੇ ਵਿੱਚ ਹੋਇਆਗਾ। ਪਹਿਲੀ ਗੱਲ ਤਾਂ ਇਹ ਰੱਖਣੀ ਹੈ, ਗੁਜਰਾਤ ਦੇ ਸ਼ਹਿਰ ਕਿੱਥੇ ਹੋਇਆਗਾ, ਵਡੋਦਰਾ 'ਚ। ਠੀਕ ਹੈ। ਅਗਲਾ ਕੁਐਸਚਨ, ਜੇ ਤੁਹਾਨੂੰ ਕੁਐਸਚਨ ਆਵੇ ਕਿ ਭਾਰਤ ਦਾ ਹੈਲਥ ਮਿਨਿਸਟਰ ਕੌਣ ਆ, ਭਾਰਤ ਦਾ ਹੈਲਥ ਮਿਨਿਸਟਰ ਸਿਹਤ ਮੰਤਰੀ ਕੌਣ ਆ ਇੰਡੀਆ ਦਾ, ਪੰਜਾਬ ਦਾ ਕੌਣ ਆ ਸਿਹਤ ਮੰਤਰੀ, ਕੌਣ ਆ, ਸ਼ਾਬਾਸ਼ ਜੀ। ਕਿ ਪੰਜਾਬ ਦਾ ਜਿਹੜਾ ਹੈਲਥ ਮਿਨਿਸਟਰ ਆ ਉਹ ਹੈਗਾ ਵਿਜੇ ਸਿੰਗਲਾ, ਜੋ ਮਾਨਸਾ ਤੋਂ ਤੁਹਾਨੂੰ ਪਤਾ MLA ਸੀਗੇ, ਉਹਨਾਂ ਨੂੰ ਕੀ ਬਣਾਇਆ ਗਿਆ ਹੈਲਥ ਮਿਨਿਸਟਰ ਪੰਜਾਬ ਦਾ ਬਣਾਇਆ ਗਿਆ ਹੈਗਾ। ਜੇ ਕੁਐਸਚਨ ਹੈ ਕਿ ਭਾਰਤ ਦਾ ਹੈਲਥ ਮਿਨਿਸਟਰ ਕੌਣ ਆਗਾ, ਭਾਰਤ ਦਾ ਸਿਹਤ ਮੰਤਰੀ ਕੌਣ ਆ, ਇਹਨਾਂ ਦਾ ਹੈਗਾ ਮਨਸੁਖ ਮਾਂਡਵੀ। ਮਨਸੁਖ ਮਾਂਡਵੀ ਸਾਡੇ ਕੀ ਨੇ, ਭਾਰਤ ਦੇ ਕੀ ਨੇ ਹੈਲਥ ਮਿਨਿਸਟਰ। ਇਹ ਗੱਲ ਯਾਦ ਰੱਖਣੀ। ਦੂਜੀ ਗੱਲ ਸਾਥੀਓ, ਇਹਦੇ ਕਾਫੀ ਚਰਚਾ ਕੀਤੀ ਗਈ, ਬੜੀ ਗੱਲ ਨਿਕਲ ਕੇ ਆਈ ਆ। ਇੱਕ ਗੱਲ ਨਿਕਲ ਕੇ ਆਈ ਹੈ ਟੋਟਲ ਫਰਟੀਲਿਟੀ ਰੇਟ। ਆ ਬਹੁਤ ਵਧੀਆ ਗੱਲ ਆ, ਟੋਟਲ ਫਰਟੀਲਿਟੀ ਰੇਟ, ਟੋਟਲ ਫਰਟੀਲਿਟੀ ਰੇਟ। ਪੁੱਤਰ ਟੋਟਲ ਫਰਟੀਲਿਟੀ ਰੇਟ ਕੀ ਹੁੰਦਾ ਹੈਗਾ ਵੀ ਮੰਨ ਲਓ ਕੋਈ ਪਰਿਵਾਰ ਆ, ਉਹ ਪਰਿਵਾਰ ਕਿੰਨੇ ਬੱਚੇ ਦੈਟ ਕੀ ਕਰ ਰਿਹਾ ਹੈਗਾ, ਪੈਦਾ ਕਰ ਰਿਹਾ। ਸਾਨੂੰ ਪਤਾ ਕਿ ਸਾਡੇ ਪਹਿਲਾਂ ਭਾਰਤ ਜਿਹੜੀ ਪਸ਼ੂਆਂ ਬਹੁਤ ਤੇਜ਼ੀ ਨਾਲ ਕੀ ਹੋਈ ਸੀ, ਇਨਕਰੀਜ਼ ਹੋਈ ਸੀ ਨਾ। ਤਾਂ ਅਸੀਂ ਇੱਕ ਟੀਚਾ ਲੈ ਕੇ ਚੱਲੇ ਸੀਗੇ ਕਿ ਸਾਡਾ ਟੋਟਲ ਫਰਟੀਲਿਟੀ ਰੇਟ ਕੀ ਹੋਣਾ ਚਾਹੀਦਾ, 2 ਹੋਣਾ ਚਾਹੀਦਾ। 2 ਦਾ ਮਤਲਬ ਕੀ ਹੈਗਾ ਵੀ ਸਾਡੇ ਕੀ ਹੋਣੇ, ਪਰਿਵਾਰ ਦੇ ਕਿੰਨੇ 2 ਬੱਚੇ ਹੋਣੇ ਚਾਹੀਦੇ ਨੇ। ਤੇ ਆਪਣੇ ਵਾਸਤੇ ਖੁਸ਼ੀ ਦੀ ਗੱਲ ਆ, ਕਿਉਂਕਿ ਇਹ ਜਿਹੜਾ ਟਾਰਗੇਟ ਲੈ ਕੇ ਚੱਲੇ ਸੀ ਅਸੀਂ ਅੱਜ ਤੋਂ 20-30 ਸਾਲ ਪਹਿਲਾਂ, ਅਸੀਂ ਅੱਜ ਉਹਨੂੰ ਕੀ ਕਰ ਚੁੱਕੇ ਹਾਂ, ਅਚੀਵ ਕਰ ਚੁੱਕੇ ਹਾਂ। ਹੁਣ ਜੇ ਆਪਾਂ ਔਸਤ ਕੱਢੀਏ ਤਾਂ ਜਿਹੜਾ ਭਾਰਤ ਦਾ ਟੋਟਲ ਫਰਟੀਲਿਟੀ ਰੇਟ ਬਣਦਾ ਸਾਥੀਓ ਕਿੰਨਾ ਬਣਦਾ ਹੈਗਾ, 2 ਬਣਦਾ। ਪਰ ਪਹਿਲਾਂ ਭਾਰਤ ਦਾ 4 ਹੁੰਦਾ ਸੀ, ਘਟਦਾ 3 ਤੇ ਆ ਗਿਆ। ਪਰ ਹੁਣ ਐਟ ਟਾਈਮ ਭਾਰਤ ਦਾ ਟੋਟਲ ਫਰਟੀਲਿਟੀ ਰੇਟ ਕੀ ਆ, 2 ਆ। ਕਿਉਂਕਿ ਪਰਿਵਾਰ ਕਾਫੀ ਅਵੇਅਰ ਹੋਏ ਨੇ ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ, ਤੇ ਪਹਿਲਾਂ ਨਾਲੋਂ ਜਿਹੜੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਸੀਗੀ, ਉਹ 'ਤੇ ਕਾਫੀ ਜ਼ਿਆਦਾ ਦੈਟ ਇਜ਼ ਕੀ ਆਏਗਾ, ਕੰਟਰੋਲ ਹੋਇਆਗਾ। ਤਾਂ ਇਹ ਗੱਲ 'ਤੇ ਖੁਸ਼ੀ ਪ੍ਰਗਟਾਈ ਗਈ ਕਿ ਜੋ ਸਰਕਾਰ ਨੇ ਟੀਚਾ ਲਿਆ ਸੀਗਾ ਕਿ 2 ਹੋਣਾ ਚਾਹੀਦਾ ਟੋਟਲ ਫਰਟੀਲਿਟੀ ਰੇਟ, ਉਹ ਅੱਜ ਕਿੰਨਾ ਗਾ, 2 ਹੀ ਹੈਗਾ। ਸਮਝੇ ਗੱਲ ਨੂੰ, ਇਹ ਗੱਲ ਧਿਆਨ ਰੱਖਣੀ। ਤਾਂ ਕੁਐਸਚਨ ਆਊਗਾ ਕਿ ਟੋਟਲ ਫਰਟੀਲਿਟੀ ਰੇਟ ਰੀਸੈਂਟ ਨਿਊਜ਼ 'ਚ ਰਿਹਾ ਕਿੰਨਾ ਭਾਰਤ ਦਾ, 2 ਆ, 2.5 ਆ, 3 ਆ, 3.5 ਆ। ਤਾਂ ਆਨਸਰ ਆਊ ਕਿੰਨਾ ਗਾ, 2 ਆ। ਸਮਝ ਲੱਗੀ ਗੱਲ ਦੇਖ ਕਰ, ਕਿੰਨੇ ਬੱਚੇ ਪੈਦਾ ਕਰ ਸਕਦੇ। ਮੰਨ ਲਾ ਵੀ ਇੱਕ ਫੈਮਿਲੀ ਨੂੰ ਕਿੰਨੇ ਬੱਚੇ ਪੈਦਾ ਕਰਨੇ ਚਾਹੀਦੇ ਨੇ, ਤਾਂ ਇਟ ਮੀਨਸ ਆਨਸਰ ਕੀ ਹੈ, 2। ਕਿਉਂਕਿ ਆਪਾਂ ਪੜ੍ਹਦੇ ਵੀ ਜੇਕਰ ਇਹ ਤੋਂ ਜ਼ਿਆਦਾ ਹੋਣਗੇ ਤਾਂ ਤੇਜ਼ੀ ਨਾਲ ਜਨਸੰਖਿਆ ਵੱਧਦੀ ਹੈ, ਅਤੇ ਜ਼ਿਆਦਾ ਕੀ ਪਊਗਾ, ਪ੍ਰਭਾਵ ਪਊਗਾ ਕੀ, ਤੇ ਸਾਡੀ ਖੇਤੀਬਾੜੀ 'ਤੇ ਜ਼ਿਆਦਾ ਖਵਾਉਣਾ ਹੀ ਪਊ ਨਾ, ਜ਼ਿਆਦਾ ਘਰ ਬਣਾਉਣੇ ਪੈਣਗੇ, ਜ਼ਿਆਦਾ ਬਿਜਲੀ ਸਪਲਾਈ ਦੇਣੀ ਪਊ। ਤਾਂ ਸਭ ਦਾ ਐਂਡ ਕੀ ਹੈ ਵੀ ਜੇਕਰ ਦੈਟ ਇਜ਼ ਤਾਈਓ ਆਪਣਾ ਨਾਰਾ ਕੀ ਕਿ ਹਮ 2 ਹਮਾਰੇ 2, ਤਾਂ ਉਹ ਨਾਰਾ ਇਹ ਦੇਖ ਕੇ ਰੱਖਿਆ ਗਿਆ ਸੀ ਵੀ ਜੇਕਰ 2 ਹੋਣਗੇ ਤਾਂ ਸਾਰਾ ਕੁਝ ਸਟੇਬਲ ਰਹੂਗਾ। ਉਹਦੇ ਨਾਲ ਕੀ ਆ, ਮੰਗ ਵੀ ਨਹੀਂ ਵੱਧਦੀ, ਅਤੇ ਨਾਲੇ ਕੀ ਆ, ਧਰਤੀ 'ਤੇ ਬੋਝ ਵੀ ਘਟੂਗਾ। ਨਾਲੇ ਦੈਟ ਇਜ਼ ਕਿ ਉਹ ਜਿਹੜਾ 2 ਬੱਚੇ ਹੋਣਗੇ ਉਹ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਨੇ, ਅੱਗੇ ਲੈ ਕੇ ਜਾ ਸਕਦੇ ਨੇ। ਇਹਨੂੰ ਕਹਿੰਦੇ ਟੋਟਲ ਫਰਟੀਲਿਟੀ ਰੇਟ। ਸਮਝੀ ਗੱਲ, ਟੋਟਲ ਫਰਟੀਲਿਟੀ ਰੇਟ ਵੀ ਕਿੰਨੇ ਬੱਚੇ ਦੈਟ ਇਜ਼ ਕੀ ਆ ਪੈਦਾ ਹੋਣੇ ਚਾਹੀਦੇ ਨੇ। ਤਾਂ ਆਨਸਰ ਇਜ਼ 2 ਹੋਣੇ ਚਾਹੀਦੇ ਸੀ, ਅਤੇ ਹੁਣ ਆਪਾਂ ਅਚੀਵ ਕਰ ਲਿਆ। ਹੁਣ ਧਿਆਨ ਰੱਖਣਾ ਟਾਰਗੇਟ। ਪਰ ਅੱਜ ਵੀ ਸਭ ਤੋਂ ਜ਼ਿਆਦਾ ਜਿਹੜਾ ਟੋਟਲ ਫਰਟੀਲਿਟੀ ਰੇਟ ਆ, ਅਤੇ ਕੁਐਸਚਨ ਆਉਂਦਾ ਕਿਹੜੇ ਰਾਜ 'ਚ ਆ, ਸਾਥੀਓ ਧਿਆਨ ਪੜਤਾ ਜ਼ਿਆਦਾ ਹੁੰਦੀ ਆ, ਉੱਥੇ ਇਹ ਪ੍ਰੋਬਲਮ ਆਉਂਦੀਆਂ ਨੇ। ਬਿਹਾਰ ਦੇ ਵਿੱਚ ਟੋਟਲ ਫਰਟੀਲਿਟੀ ਚਿੰਤਨ ਸ਼ਿਵਰ, ਇਹਨਾਂ ਵਿੱਚ ਫਿਰਦਾ ਹੋਏ ਹੈਲਥ ਚਿੰਤਨ ਸ਼ਿਵਰ। ਅਤੇ ਜੇ ਕੁਐਸਚਨ ਹੈ ਕਿ ਟੋਟਲ ਫਰਟੀਲਿਟੀ ਸਭ ਤੋਂ ਜ਼ਿਆਦਾ ਕਿਹਦਾ ਹੈਗਾ, ਤਾਂ ਆਨਸਰ ਆਊਗਾ ਬਿਹਾਰ ਦਾ। ਧਿਆਨ ਰੱਖਣਾ ਇਹ ਗੱਲ ਕਰ, ਸਮਝੀ ਗੱਲ ਨੂੰ। ਬਿਹਾਰ ਦੇ ਵਿੱਚ ਕੰਟਰੋਲ ਨਹੀਂ ਜ਼ਿਆਦਾ ਹੈਗਾ, ਸਮਝੇ ਗੱਲ ਨੂੰ, ਕੰਟਰੋਲ ਨਹੀਂ ਵੀ ਜ਼ਿਆਦਾ ਬੱਚੇ ਦਾ ਡਿਸਕੇ ਬਿਹਾਰ 'ਚ ਪੈਦਾ ਹੁੰਦੇ ਨੇ, ਇਹ ਪ੍ਰੋਬਲਮ ਵਾਲੀ ਗੱਲ ਆ। ਹੁਣ ਇਹਦੇ ਫੋਕਸ ਕਰ ਰਹੇ ਨੇ ਕਿ ਇਹਦਾ ਟੋਟਲ ਫਰਟੀਲਿਟੀ ਰੇਟ ਕੀ ਕੀਤਾ ਜਾਵੇ, ਘਟਾਇਆ। ਹਾਂ ਉਹੀ ਗੱਲ ਆ, ਪਰ ਅੱਜ ਕੱਲ੍ਹ ਲੋਕ ਸਿਆਣੇ ਹੋ ਗਏ, ਜਿਹੜਾ ਨਵੇਂ ਨੇ ਦੈਟ ਇਜ਼ ਕੀ ਆ, ਉੱਥੇ ਨਹੀਂ ਪ੍ਰੋਬਲਮ ਹੁੰਦੀਆਂ, ਪੁਰਾਣੀਆਂ ਨੇ।
ਅੱਜ ਸਰਕਾਰਾਂ ਹੁਣ ਨਵੀਆਂ ਪਾਲਿਸੀਆਂ ਲੈ ਕੇ ਆ, ਤੁਹਾਨੂੰ ਪਤਾ ਹੋਊਗਾ ਯੂਪੀ 'ਚ ਪਾਲਿਸੀ ਲੈ ਕੇ ਆ ਰਹੀ ਹੈ ਸਰਕਾਰ ਕਿ ਵੀ ਭਾਈ ਜੇਕਰ ਤੀਜਾ ਬੱਚਾ ਹੋਊਗਾ ਤਾਂ ਅਸੀਂ ਦੈਟ ਇਜ਼ ਕਿ ਤੁਹਾਨੂੰ ਕੋਈ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਦੇਵਾਂਗੇ। ਜੇ ਥਰਡ ਬੱਚਾ ਦੈਟ ਇਜ਼ ਕਿ ਤੁਹਾਡੀ ਫੈਮਿਲੀ 'ਚ ਪੈਦਾ ਹੋ ਰਿਹਾ ਤਾਂ ਤੁਹਾਨੂੰ ਅਸੀਂ ਕੋਈ ਵੀ ਜਿਹੜੀ ਸਬਸਿਡੀ ਆਉਂਦੀ ਆ ਉਹ ਸਬਸਿਡੀ ਕੀ ਆ ਪ੍ਰੋਵਾਈਡ ਨਹੀਂ ਕਰਾਂਗੇ। ਤਾਂ ਇਹ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਸਰਕਾਰਾਂ ਦੁਆਰਾ, ਕਿਉਂ ਕਰ ਰਹੇ ਨੇ? ਤਾਂ ਕਿ ਦੈਟ ਇਜ਼ ਕਿ ਕੰਟਰੋਲ ਕੀਤਾ ਜਾ ਸਕੇ। ਪੋਪੂਲੇਸ਼ਨ ਕੰਟਰੋਲ ਸਾਡਾ ਬਹੁਤ ਵੱਡਾ ਟੀਚਾ ਹੈਗਾ ਜਿਹਨੂੰ ਅਸੀਂ ਹੌਲੀ ਹੌਲੀ ਕੀ ਕਰ ਰਹੇ ਹਾਂ, ਪੂਰਾ ਕਰ ਰਹੇ ਹਾਂ। ਆਲਾ ਬਣ ਲਿਖੋ। ਮਾੜਾ ਨਾਲ ਨੋਟ ਕਰੀ ਚੱਲੋ ਗੱਲਾਂ ਬਾਤਾਂ ਹੈਗਾ। ਅੱਗੇ ਚੱਲਦੇ ਹਾਂ ਸਾਥੀਓ, ਇੱਕ ਨਵੀਂ ਪਾਲਿਸੀ ਆਈ ਹੈ ਸਟਾਰਟ ਅਪ ਪਾਲਿਸੀ। ਸਟਾਰਟ ਅਪ ਪਾਲਿਸੀ ਕੁਐਸਚਨ ਉਹ ਵੀ ਕੀ ਹੈ ਸਟਾਰਟ ਅਪ ਪਾਲਿਸੀ? ਸਾਥੀਓ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਨਵੀਆਂ ਕੰਪਨੀਆਂ ਭਾਰਤ ਦੇ ਵਿੱਚ ਕੀ ਹੋ ਰਹੀਆਂ ਨੇ, ਪੈਦਾ ਹੋ ਰਹੀਆਂ ਨੇ। ਬਹੁਤ ਸਾਰੀਆਂ ਨਵੀਆਂ ਕੰਪਨੀਆਂ ਆ ਰਹੀਆਂ ਨੇ ਤਾਂ ਇਹ ਬਹੁਤ ਵਧੀਆ ਗੱਲ ਆ ਕਿ ਨਵੀਆਂ ਕੰਪਨੀਆਂ, ਤੁਸੀਂ ਦੇਖਿਆ ਵੀ ਹੋਣਾ ਇੱਕ ਸੀਰੀਅਲ ਉਹ ਵੀ ਆਉਣ ਲੱਗ ਗਿਆ, ਸ਼ੋਅ ਵੀ ਆਉਣ ਲੱਗ ਗਿਆ ਨਾ, ਜਿਹਦੇ ਵਿਚਕਾਰ ਬੰਦੇ ਆਉਂਦੇ ਨੇ, ਉਹ ਆਪਣੇ ਆਈਡੀਆਜ਼ ਦਿੰਦੇ ਨੇ ਕਿ ਮੈਂ ਆਹ ਕਰਨਾ ਚਾਹੁੰਦਾ, ਮੈਂ ਆਹ ਕਰਨਾ ਚਾਹੁੰਦਾ। ਸ਼ਾਬਾਸ਼, ਕੀ ਉਹਦਾ ਨਾ ਸ਼ਾਰਕ ਟੈਂਕ। ਸ਼ਾਰਕ ਟੈਂਕ ਤੁਹਾਨੂੰ ਪਤਾ ਪ੍ਰੋਗਰਾਮ ਚੱਲਿਆ, ਇਹ ਬਹੁਤ ਨਵੀਂ ਤਰ੍ਹਾਂ ਦਾ ਪ੍ਰੋਗਰਾਮ ਆ। ਪਹਿਲਾਂ ਟੀਵੀ 'ਚ ਇਹ ਜਿਹੇ ਪ੍ਰੋਗਰਾਮ ਨਹੀਂ ਸੀ ਆਉਂਦੇ ਜਿਹਦੇ ਵਿੱਚ ਮੰਨ ਲਓ ਤੁਹਾਡੇ ਦਿਮਾਗ 'ਚ ਕੋਈ ਨਵਾਂ ਆਈਡੀਆ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਹਾਡੇ ਕੋਲ ਰੁਪਈਆਂ ਦੀ ਕਮੀ ਆ, ਤੁਸੀਂ ਜਾਓਗੇ ਉਹਨਾਂ ਕੋਲੇ, ਉਹਨਾਂ ਨੂੰ ਕਹੋਗੇ ਜੀ ਸਾਡਾ ਆਹ ਆਈਡੀਆ। ਹੁਣ ਜੇ ਆਈਡੀਆ ਫਿੱਟ ਆਇਆ, ਉਹ ਕਹਿੰਦੇ ਸਾਡੇ ਕੋਲੋਂ ਚੱਕੋ 50 ਲੱਖ ਰੁਪਏ, ਆਈਡੀਆ ਸਟਾਰਟ ਕਰੋ, ਆਪਦਾ ਕੰਮ ਸਟਾਰਟ ਕਰੋ, ਜਿਹੜਾ 'ਚ ਪ੍ਰੋਫਿਟ ਹੋਊਗਾ ਉਹਦਾ ਉਹ ਸ਼ੇਅਰਿੰਗ ਕਰ ਲੈਂਦੇ ਨੇ ਕਿ ਸਾਨੂੰ ਉਹ ਤੋਂ ਕੀ ਦੇ ਦਿਓ, ਪ੍ਰੋਫਿਟ ਦੇ ਦਿਓ। ਤਾਂ ਉਵੇਂ ਇਹ ਹੁਣ ਸੀਰੀਅਲ ਆਉਣ ਲੱਗ ਗਿਆ ਨਾ, ਟੀਵੀ 'ਤੇ ਆਉਣ ਲੱਗ ਗਿਆ। ਇਹ ਪਹਿਲਾਂ ਸਰਕਾਰਾਂ ਵੀ ਕਰਦੀਆਂ ਨੇ। ਸਰਕਾਰ ਕਹਿੰਦੀ ਵੀ ਭਾਈ ਆਓ ਕੋਈ ਬੰਦਾ ਦੱਸੋ ਤੁਸੀਂ ਕੋਈ ਨਵਾਂ ਕਰਨਾ ਚਾਹੁੰਦੇ ਹੋ, ਜੇ ਸਾਨੂੰ ਫਿੱਟ ਲੱਗਿਆ ਤੁਹਾਨੂੰ 20 ਲੱਖ 30 ਲੱਖ 40 ਲੱਖ ਦੀ ਲੋੜ ਆ ਤਾਂ ਅਸੀਂ ਤੁਹਾਨੂੰ ਕੀ ਕਰਾਂਗੇ, ਪ੍ਰੋਵਾਈਡ ਕਰਾਂਗੇ। ਤਾਂ ਇਹ ਜੀ ਇੱਕ ਨਵੀਂ ਪਾਲਿਸੀ ਸਟਾਰਟਅਪ ਪਾਲਿਸੀ ਲੈ ਕੇ ਆਇਆ। ਕੁਐਸਚਨ ਵੀ ਕਿਹੜੇ ਸਟੇਟ ਦੁਆਰਾ ਲਿਆਂਦੀ ਗਈ ਆ? ਤਾਂ ਦਿੱਲੀ ਦੁਆਰਾ ਲਿਆਂਦੀ ਗਈ ਹੈ ਸਾਥੀਓ। ਦਿੱਲੀ ਨੇ ਟੀਚਾ ਰੱਖਿਆ ਗਾ ਕਿ ਅਸੀਂ ਆਹ ਸਾਲ ਦੇ ਵਿੱਚ 15,000 ਨਵੀਆਂ ਕੰਪਨੀਆਂ ਦਿੱਲੀ 'ਚ ਕੀ ਕਰਨੀਆਂ ਨੇ, ਪੈਦਾ ਕਰਨੀਆਂ ਨੇ। ਹੁਣ ਪੈਦਾ ਕਿਵੇਂ ਕਰਨਗੇ? ਮੁੰਡਿਆਂ ਨੂੰ ਕਹਿਣਗੇ ਵੀ ਆਓ ਭਾਈ ਦੱਸੋ ਰੁਪਈਆਂ ਦੀ ਕਮੀ ਅਸੀਂ ਦੇਵਾਂਗੇ, ਦੱਸੋ ਕਿ ਤੁਹਾਡਾ ਕੀ ਪਲਾਨ ਆ। ਉਹ ਕਹੂਗਾ ਜੀ ਮੈਂ ਇਹਦੀ ਫੈਕਟਰੀ ਲਾਉਣਾ ਚਾਹੁੰਦਾ, ਮੈਨੂੰ ਕੀ ਲੋੜ ਆ, ਮੇਰਾ ਸਮਾਨ ਬਹੁਤ ਵਧੀਆ ਵਿਕੂਗਾ। ਉਹ ਕਹਿਣਗੇ ਚੱਕੋ ਭਾਈ ਰੁਪਈਆ ਆਪਦਾ ਕੰਮ ਕਰੋ, ਸਟਾਰਟ ਕਰੋ। ਤਾਂ 15,000 ਨਵੀਆਂ ਕੰਪਨੀਆਂ ਸਟਾਰਟਅਪਸ ਕੀ ਨੇ ਸਟਾਰਟ ਕਰ ਰਹੇ ਨੇ। ਕੁਐਸਚਨ ਉਹ ਵੀ ਕੌਣ ਕਰਵਾ ਰਹੇ ਨੇ? ਦਿੱਲੀ ਵਾਲੇ ਕਰਵਾ ਰਹੇ ਨੇ। ਆਪ ਨਹੀਂ ਕਰਨਗੇ, ਰੁਪਈਆ ਦੇਣਗੇ, ਕਹਿਣ ਦਾ ਮਤਲਬ ਦਿੱਲੀ 'ਚ ਹਾਂ ਜਿਹੜੀ ਪਾਲਿਸੀ ਲੈ ਕੇ ਨਾ ਦਿੱਲੀ ਵਾਲੇ ਲੈ ਕੇ ਆਏ ਨੇ। ਫਿਰ ਰੀਸੈਂਟ 'ਚ ਕੁਐਸਚਨ ਵੀ ਇਹ ਪਾਲਿਸੀ ਕੌਣ ਲੈ ਕੇ ਆਏ ਨੇ? ਹਾਲਾਂਕਿ ਪਾਲਿਸੀ ਪੰਜਾਬ 'ਚ ਵੀ ਚੱਲਦੀ ਆ, ਪਰ ਕੁਐਸਚਨ ਇਹ ਵੀ ਰੀਸੈਂਟ ਕਰੰਟ ਅਫੇਅਰ 'ਚ ਕੌਣ ਲੈ ਕੇ ਆਏ ਨੇ ਪਾਲਿਸੀ, ਤਾਂ ਆਪਾਂ ਕਹਾਂਗੇ ਕੌਣ ਲੈ ਕੇ ਆਏ ਨੇ, ਦਿੱਲੀ ਵਾਲੇ ਲੈ ਕੇ ਆਏ। ਅੱਗੇ ਲਿਖੋ ਸਾਥੀਓ, ਬਹੁਤ ਹੀ ਵੱਡਾ ਅਵਾਰਡ ਆ ਵਰਲਡ ਫੂਡ ਪ੍ਰਾਈਜ਼। ਵਰਲਡ ਫੂਡ ਪ੍ਰਾਈਜ਼ ਸਾਥੀਓ, ਵਰਲਡ ਫੂਡ ਪ੍ਰਾਈਜ਼ ਨੂੰ ਫੂਡ ਦਾ ਨੋਬਲ ਪ੍ਰਾਈਜ਼ ਕਿਹਾ ਜਾਂਦਾ। ਫੂਡ ਦਾ ਨੋਬਲ ਪ੍ਰਾਈਜ਼, ਤਾਂ ਫੂਡ ਦਾ ਨੋਬਲ ਪ੍ਰਾਈਜ਼, ਭੋਜਨ ਦਾ ਨੋਬਲ ਪ੍ਰਾਈਜ਼ ਅਵਾਰਡ ਕਿਹਨੂੰ ਕਹਿੰਦੇ ਨੇ? ਇੱਕ ਅਵਾਰਡ ਆ ਜਿਹਦਾ ਨਾਮ ਹੈਗਾ ਵਰਲਡ ਫੂਡ ਪ੍ਰਾਈਜ਼। ਸਾਥੀਓ ਉਹ ਬੰਦਾ ਜਿਹਨੇ ਕੋਈ ਨਵੀਂ ਗੱਲ ਕੱਢੀ ਭੋਜਨ ਤੇ, ਭੋਜਨ ਦੀ ਪੈਦਾਵਾਰ ਨੂੰ ਕਹਿੰਦਾ ਤੁਸੀਂ ਕੋਈ ਬਹੁਤ ਤਗੜਾ ਵਿਗਿਆਨੀ ਆ ਜਿਹਨੇ ਕਿਵੇਂ ਅਸੀਂ ਭੋਜਨ ਦੀ ਪੈਦਾਵਾਰ ਵਧਾ ਸਕਦੇ ਹਾਂ ਉਹ 'ਤੇ ਖੋਜ ਕੀਤੀ ਹੋਵੇ। ਭੋਜਨ ਨਾਲ ਸੰਬੰਧਿਤ, ਕਿਉਂਕਿ ਭੋਜਨ ਬਹੁਤ ਜ਼ਰੂਰੀ ਅੰਗ ਆ ਸਾਡਾ, ਹੈ ਨਾ। ਭੋਜਨ ਬਾਕੀ ਸਾਰਾ ਕੁਝ ਸਰ ਜੂਗਾ ਪਰ ਭੋਜਨ ਬਿਨਾਂ ਨਹੀਂ ਸਰਦਾ। ਮੈਂ ਤੁਹਾਨੂੰ ਕੱਲ੍ਹ ਵੀ ਸ਼ਾਇਦ ਕੱਲ੍ਹ ਹੀ ਦੱਸੀ ਸੀ, ਸ਼੍ਰੀਲੰਕਾ ਦੇ ਵਿਚਕਾਰ ਤੁਹਾਡੇ ਨਾਲ ਇਹ ਗੱਲ ਹੋਈ। ਕੱਲ੍ਹ ਸ਼੍ਰੀਲੰਕਾ 'ਚ ਕੀ ਹੋਇਆ ਤੁਹਾਨੂੰ ਪਤਾ? ਕੱਲ੍ਹ ਸ਼੍ਰੀਲੰਕਾ 'ਚ ਕੀ ਹੋਇਆ? ਕੱਲ੍ਹ ਸ਼੍ਰੀਲੰਕਾ ਦੇ ਵਿਚਕਾਰ ਨਾ ਕੀ ਚੱਲ ਰਿਹਾ ਹੈਗਾ, ਉੱਥੇ ਰੇਟ ਬਹੁਤ ਵੱਧ ਗਏ ਸਮਾਨ ਦੇ। ਰੇਟ ਸਮਾਨ ਦੇ ਇੰਨੇ ਜ਼ਿਆਦਾ ਵੱਧ ਗਏ ਕਿ ਉੱਥੇ ਕਿਉਂਕਿ ਲੜਾਈ ਲੱਗ ਗਈ। ਉਹਨੇ ਹੱਕਿਆਂ ਨੇ, ਲੋਕਾਂ ਨੇ ਜਾ ਕੇ ਜਿਹੜਾ ਪ੍ਰਧਾਨ ਮੰਤਰੀ ਸੀ ਉਹਦੇ ਘਰ ਨੂੰ ਕਰਤੀ ਅੱਗ ਲਾਤੀ, ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਕੀ ਮਾਰ ਲਈ, ਗੋਲੀ ਮਾਰ ਲਈ। ਉਹਦੀ ਕੀ ਹੋ ਗਈ? ਮੌਤ। ਕਿੱਡੀ ਵੱਡੀ ਗੱਲ। ਮੰਤਰੀ ਜਿਹੜਾ ਹੋਵੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕਿਉਂਕਿ ਲੋਕਾਂ ਨੇ ਅਟੈਕ ਕਰਤਾ। ਇੰਨਾ ਬੁਰਾ ਹਾਲ ਹੋ ਗਿਆ ਕਿਹਦੇ ਵਿੱਚ? ਸ਼੍ਰੀਲੰਕਾ 'ਚ। ਕਾਰਨ ਕੀ ਹੋਇਆ? ਤੇ ਕਾਰਨ ਉਹਨਾਂ ਕੋਲੇ ਰੁਪਏ ਖਤਮ ਹੋ ਗਏ। ਸਰਕਾਰ ਕੋਲੇ ਰੁਪਏ ਖਤਮ ਹੋ ਗਏ। ਸਰਕਾਰ ਕੋਲੇ ਰੁਪਇਆ ਹੈ ਨਹੀਂ ਤਾਂ ਸਮਾਨ ਬਾਹਰੋਂ ਕੀ ਨਹੀਂ ਕਰ ਸਕਦੀ, ਮੰਗਾ ਨਹੀਂ ਸਕਦੀ। ਜੇ ਬਾਹਰੋਂ ਸਮਾਨ ਨਹੀਂ ਮੰਗਾ ਸਕਦੀ ਤਾਂ ਕੀ ਹੋ ਗਿਆ? ਦੇਸ਼ 'ਚ ਸਮਾਨ ਦੀ ਕੀ ਹੋ ਗਈ? ਕਮੀ ਹੋ ਗਈ। ਸਮਾਨ ਦੀ ਕਮੀ ਹੋ ਗਈ, ਚੀਜ਼ ਤਾਂ ਚਾਹੀਦੀ ਹੈ ਨਾ। ਤਾਂ ਰੇਟ 90% ਰੇਟ ਕੀ ਹੋ ਗਏ? ਮਹਿੰਗੇ। ਜਿਹੜਾ ਪੈਟਰੋਲ ਸੀ ਸਿਰਫ 50 ਰੁਪਏ ਦਾ ਸੀਗਾ, ਉਹ 100 ਰੁਪਏ ਲੀਟਰ। ਇੱਕ ਦਿਨ 2 ਦਿਨਾਂ 'ਚ ਐਂ ਹੋ ਗਿਆ 150 ਰੁਪਏ ਲੀਟਰ ਹੋ ਗਿਆ, 200 ਰੁਪਏ ਲੀਟਰ ਹੋ ਗਿਆ। ਤਾਂ ਵੱਡੇ ਗਿਣਤੀ ਦੇ ਵਿਚਕਾਰ ਲੋਕਾਂ ਕੋਲ ਰੁਪਏ ਵੀ ਨਹੀਂ, ਪਰ ਫਿਰ ਵੀ ਉਹ ਸਮਾਨ ਕੀ ਹੈ ਮਿਲ ਨਹੀਂ ਰਿਹਾ। ਭਾਵੇਂ 100 ਰੁਪਇਆ ਹੋ ਗਿਆ ਪਰ ਲੋਕ ਕੋਈ ਲਿਆ ਚੱਕ ਵੀ 100 ਰੁਪਏ ਦੇ ਮੈਨੂੰ, ਫਿਰ ਵੀ ਲੋਕ ਦੇ ਕਿਉਂ? ਸਮਾਨ ਹੈ ਹੀ ਨਹੀਂ ਗਾ, ਦੇਣੇ ਕਿਵੇਂ? ਤਾਂ ਸਾਥੀਓ ਬਹੁਤ ਕੁਝ ਹੋ ਰਿਹਾ ਸ਼੍ਰੀਲੰਕਾ ਦੇ ਵਿਚਕਾਰ। ਅਤੇ ਕੱਲ੍ਹ ਲਗਭਗ 200 ਬੰਦਿਆਂ ਦੀ ਕੀ ਹੋਈ ਆ? ਮੌਤ ਹੋਈ ਆ ਸ਼੍ਰੀਲੰਕਾ ਦੇ ਵਿਚਕਾਰ, ਇਹੀ ਗੱਲ ਕਰਕੇ ਹਿੰਸਾ ਭੜਕੀ ਵੱਡੇ ਪੱਧਰ ਦੇ ਵਿਚਕਾਰ ਸ਼੍ਰੀਲੰਕਾ 'ਚ। ਤਾਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਸ਼੍ਰੀਲੰਕਾ ਦੇ ਵਿਚਕਾਰ ਰੇਟ ਇੰਨੇ ਵੱਧ ਗਏ ਕਿ ਉੱਥੇ ਖੇਤੀਬਾੜੀ ਵੀ ਨਹੀਂ ਕੀਤੀ ਜਾ ਰਹੀ।
ਤੁਸੀਂ ਕਹੋਗੇ ਖੇਤੀਬਾੜੀ ਦਾ ਪੈਟਰੋਲ ਨਾਲ ਕੀ ਲੈਣ ਦੇਣਾ, ਬਹੁਤ ਵੱਡਾ ਲੈਣ ਦੇਣਾ। ਸਾਰਾ ਕੰਮ ਅੱਜ ਕੱਲ੍ਹ ਆਪਣਾ ਬਿਜਲੀ ਜਿਹੜੀ ਚਾਹੀਦੀ ਆ ਉਹਦੇ ਵਾਸਤੇ ਕੀ ਚਾਹੀਦਾ, ਕੋਲਾ ਚਾਹੀਦਾ, ਪੈਟਰੋਲ ਚਾਹੀਦਾ ਹੈਗਾ। ਜਿਹੜਾ ਟਰੈਕਟਰ ਆਪਾਂ ਵਰਤਦੇ ਆ ਉਹਨੂੰ ਕੀ ਕਰਨ ਵਾਸਤੇ, ਵਾਢੀ ਕਰਨ ਵਾਸਤੇ ਜਾਂ ਵਾਹੁਣ ਵਾਸਤੇ ਕਿਹਦੀ ਲੋੜ ਪੈਂਦੀ ਆ, ਪੈਟਰੋਲ ਜਾਂ ਡੀਜ਼ਲ ਦੀ ਲੋੜ ਪੈਂਦੀ ਆ। ਤਾਂ ਸਾਥੀਓ ਡੀਜ਼ਲ ਪੈਟਰੋਲ ਬਹੁਤ ਇੰਪੋਰਟੈਂਟ ਆ, ਉਹਦੇ ਨਾਲ ਖੇਤੀਬਾੜੀ ਕੀ ਹੋ, ਜੇ ਉਹ ਵੱਧਦਾ ਤਾਂ ਖੇਤੀਬਾੜੀ ਆਟੋਮੈਟਿਕਲੀ ਕੀ ਹੋਊਗੀ, ਮਹਿੰਗੀ ਹੋਊਗੀ। ਸਮਝੇ ਗੱਲ ਨੂੰ? ਤਾਂ ਖੇਤੀਬਾੜੀ ਤੇ ਫੋਕਸ ਕਰਨ ਵਾਸਤੇ ਇੱਕ ਅਵਾਰਡ ਆ ਵਰਲਡ ਫੂਡ ਪ੍ਰਾਈਜ਼, ਉਹ ਦਿੱਤਾ ਗਿਆ। ਨਾਮ ਰੱਖਣਾ ਵੀ ਕਿਹਨੂੰ ਦਿੱਤਾ ਇਸ ਸਾਲ ਦਾ, ਨਾਮ ਹੈਗਾ ਇਹਦਾ ਲਿੰਥੀਆ, ਕੁੜੀ ਹੈ ਇਹ, ਲਿੰਥੀਆ ਰੋਜ਼ਨਬੇਗ। ਲਿੰਥੀਆ ਰੋਜ਼ਨਬੇਗ ਨੂੰ ਇਸ ਸਾਲ ਦਾ ਜਿਹੜਾ ਹੈਗਾ ਵਰਲਡ ਫੂਡ ਪ੍ਰਾਈਜ਼ ਦਾ ਅਵਾਰਡ ਦਿੱਤਾ। ਇਹਨੇ ਕੀ ਖੋਜ ਕੀਤੀ, ਇਹਨੇ ਖੋਜ ਕੀਤੀ ਵੀ ਜਿਵੇਂ ਜਿਵੇਂ ਵਾਤਾਵਰਨ ਬਦਲ ਰਿਹਾ ਨਾ, ਵਾਤਾਵਰਨ ਬਦਲਣ ਦੇ ਨਾਲ ਸਾਡਾ ਜਿਹੜਾ ਭੋਜਨ ਆ ਉਹਦੀ ਪੈਦਾਵਾਰ ਤੇ ਬਹੁਤ ਹੀ ਮਾੜਾ ਪ੍ਰਭਾਵ ਕੀ ਹੋ ਰਿਹਾ ਹੈਗਾ। ਜਿਵੇਂ ਜਿਵੇਂ ਵਾਤਾਵਰਨ ਬਦਲ ਰਿਹਾ ਹੈ ਤਾਂ ਵਾਤਾਵਰਨ ਦਾ ਭੋਜਨ ਦੀ ਪੈਦਾਵਾਰ ਤੇ ਬਹੁਤ ਡੂੰਘਾ ਅਸਰ ਆ। ਆਪਾਂ ਕਹਿੰਦੇ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਉਹਨੇ ਸਮਝਾਇਆ, ਉਹਨੇ ਖੋਜ ਕੀਤੀ ਇਹ ਗੱਲ ਦੀ ਕਿ ਪੈਦਾਵਾਰ ਤੇ ਬਹੁਤ ਅਸਰ ਪੈਂਦਾ। ਜਿਵੇਂ ਜਿਵੇਂ ਵਾਤਾਵਰਨ ਬਦਲਦਾ ਉਵੇਂ ਉਵੇਂ ਜਿਹੜਾ ਹੈਗਾ ਭੋਜਨ ਦੈਟ ਇਜ਼ ਕਿ ਉਨਾ ਪੈਦਾ ਨਹੀਂ ਹੋਊਗਾ। ਤਾਂ ਇਹਦੇ ਲਈ ਹੁਣ ਇਹ ਤਾਂ ਥੋੜ੍ਹੀ ਜਿਹੀ ਗੱਲ ਆ, ਉਹਨੇ ਬਹੁਤ ਡੂੰਘੀਆਂ ਗੱਲਾਂ ਦੱਸੀਆਂ ਉਹਦੇ ਵਿੱਚ ਕਰ, ਤਾਂ ਉਹ ਬਹੁਤ ਵੱਡੀ ਖੋਜ ਮੰਨੀ ਜਾ ਰਹੀ ਹੈ ਫੂਡ ਦੇ ਖੇਤਰ ਦੇ ਵਿੱਚ ਕਰ, ਜਿਹਦੇ ਕਰਕੇ ਇਹਨੂੰ ਲਿੰਥੀਆ ਰੋਜ਼ਨਬੇਗ ਨੂੰ ਇਸ ਸਾਲ ਦਾ ਕੀ ਮਿਲੇਗਾ, ਵਰਲਡ ਫੂਡ ਪ੍ਰਾਈਜ਼ ਦਾ ਕੀ ਮਿਲੇਗਾ, ਅਵਾਰਡ ਮਿਲੇਗਾ। ਸਮਝ ਲੱਗੀ ਗੱਲ ਦੀ? ਵਾਲਾ ਪੁਆਇੰਟ ਲਿਖੋ। ਆਸਟ੍ਰੇਲੀਆ, ਅਮਰੀਕਾ, ਅਮਰੀਕਾ। ਅੱਗੇ ਚੱਲਦੇ ਸਾਥੀਓ। ਸਾਥੀਓ ਰੀਸੈਂਟ ਦੇ ਵਿੱਚ ਵਿਕਟਰੀ ਡੇ ਮਨਾਇਆ ਗਿਆ। ਵਿਕਟਰੀ ਡੇ ਕੁਐਸਚਨ ਆਊ ਕਿ ਰੀਸੈਂਟ 'ਚ ਵਿਕਟਰੀ ਡੇ ਕਿਹਨੇ ਮਨਾਇਆ ਗਾ? ਇੱਕ ਜਿੱਤ ਦਾ ਦਿਨ ਹੁੰਦਾ ਗਾ, ਤੇ ਇਹ ਮਨਾਇਆ ਸਾਥੀਓ ਰਸ਼ੀਆ ਨੇ। ਕਾਫੀ ਨਿਊਜ਼ 'ਚ ਰਿਹਾ ਕਿਉਂਕਿ ਲੜਾਈ ਲੱਗੀ ਹੋਈ ਹੈ ਰਸ਼ੀਆ ਦੀ। ਤਾਂ ਰਸ਼ੀਆ ਹਰ ਸਾਲ 9 ਮਈ ਦਾ ਦਿਨ ਐਜ਼ ਆ ਕੀ ਮਨਾਉਂਦਾ ਗਾ, ਵਿਕਟਰੀ ਡੇ ਦੇ ਤੌਰ ਤੇ ਮਨਾਉਂਦਾ। ਹਰ ਸਾਲ 9 ਮਈ ਦਾ ਦਿਨ ਕੀ ਮੰਨਦਾ ਗਾ, ਵਿਕਟਰੀ ਡੇ ਦੇ ਤੌਰ ਤੇ। ਕੁਐਸਚਨ ਉਹ ਵੀ ਕਿਹਦੀ ਜਿੱਤ ਪ੍ਰਾਪਤ ਕੀਤੀ ਸੀ ਸਾਥੀਓ? ਸੈਕਿੰਡ ਵਰਲਡ ਵਾਰ ਦੇ ਵਿੱਚ, ਸੈਕਿੰਡ ਵਰਲਡ ਵਾਰ ਦੇ ਵਿੱਚ ਜੋ ਸਟਾਰਟ ਹੋਈ ਸੀ 1939 ਨੂੰ ਤੇ ਖਤਮ ਹੋਈ ਸੀ 1945 ਦੇ ਵਿੱਚ। ਉਸ ਟਾਈਮ ਤੇ ਜਰਮਨੀ ਤੇ ਰਸ਼ੀਆ ਇੱਕ ਦੂਜੇ ਦੇ ਕੀ ਲੜ ਰਹੇ ਸੀ, ਵਿਰੁੱਧ ਲੜ ਰਹੇ ਸੀਗੇ। ਤਾਂ ਰਸ਼ੀਆ ਜਰਮਨੀ ਇੱਕ ਦੂਜੇ ਦੇ ਕੀ ਲੜ ਰਹੇ ਸੀਗੇ, ਵਿਰੁੱਧ ਲੜ ਰਹੇ ਸੀਗੇ। ਉਹਦੇ ਵਿੱਚੋਂ 9 ਮਈ 1945 ਨੂੰ ਰਸ਼ੀਆ ਨੇ ਜਰਮਨੀ ਨੂੰ ਕੀਤਾ ਸੀਗਾ, ਹਰਾਇਆ ਸੀਗਾ। ਰਸ਼ੀਆ ਨੇ ਜਰਮਨੀ ਨੂੰ ਕੀਤਾ ਸੀਗਾ, ਹਰਾਇਆ ਸੀਗਾ। ਇਹਦੇ ਕਰਕੇ ਹਰ ਸਾਲ ਰਸ਼ੀਆ ਕਿਹੜਾ ਦਿਨ ਮਨਾਉਂਦਾ ਗਾ, ਵਿਕਟਰੀ ਡੇ ਦੇ ਤੌਰ ਤੇ ਮਨਾਉਂਦਾ। ਤਾਂ 9 ਮਈ ਦਾ ਦਿਨ ਵਿਕਟਰੀ ਡੇ ਦੇ ਤੌਰ ਤੇ ਮਨਾਇਆ ਜਾਂਦਾ ਕਿਉਂਕਿ ਰਸ਼ੀਆ ਨੇ ਕਿਹਨੂੰ ਹਰਾਇਆ ਸੀ, ਜਰਮਨੀ ਨੂੰ ਹਰਾਇਆ ਸੀ। ਇਹ ਹੁਣ ਬਹੁਤ ਨਿਊਜ਼ 'ਚ ਰਿਹਾ। ਯੂਕਰੇਨ ਦੀ ਲੜਾਈ ਕਰਕੇ ਪੁਤਿਨ ਚਾਹੁੰਦਾ ਸੀ, ਪੁਤਿਨ ਰਾਸ਼ਟਰਪਤੀ ਰਸ਼ੀਆ ਚਾਹੁੰਦਾ ਸੀ ਕਿ 9 ਮਈ ਤੋਂ ਪਹਿਲਾਂ ਪਹਿਲਾਂ ਯੂਕਰੇਨ ਨੂੰ ਜਿੱਤਿਆ ਜਾਵੇ ਤਾਂ ਕਿ ਅਸੀਂ ਅਗਲੀ ਵਾਰ ਤੋਂ ਕੀ ਬਣਾਈਏ ਵੀ ਭਾਈ ਕੱਲਾ ਜਰਮਨੀ ਨਹੀਂ, ਅਸੀਂ ਯੂਕਰੇਨ ਨੂੰ ਵੀ 9 ਮਈ ਤੱਕ ਹੀ ਜਿੱਤ ਲਿਆ ਸੀਗਾ। ਪਰ ਤੁਹਾਨੂੰ ਪਤਾ ਕਿ ਯੂਕਰੇਨ ਵਾਲੇ ਕਾਫੀ ਤਕੜਾ ਲੜ ਰਹੇ ਨੇ। ਸਮਝੇ ਗੱਲ ਨੂੰ? ਉਹਨਾਂ ਕੋਲ ਜ਼ਿਆਦਾ ਵਧੀਆ ਵੈਪਨਸ ਪ੍ਰੋਵਾਈਡ ਕਰਵਾਏ ਨੇ ਅਮਰੀਕਾ ਵਾਲਿਆਂ ਨੇ, ਕਿਉਂਕਿ ਸਭ ਤੋਂ ਵਧੀਆ ਵੈਪਨਸ ਕਿਹਦੇ ਕੋਲ ਨੇ, ਧਿਆਨ ਰੱਖਣਾ। ਸਭ ਤੋਂ ਜ਼ਿਆਦਾ ਖਰਚਾ ਕੌਣ ਕਰਦਾ ਫੌਜ ਤੇ? ਉਹਦਾ ਉੱਤਰ ਆ ਅਮਰੀਕਾ। ਸਭ ਤੋਂ ਜ਼ਿਆਦਾ ਵੈਪਨਸ ਤੇ ਹਥਿਆਰਾਂ ਦੇ ਖਰਚਾ ਕੌਣ ਕਰਦਾ ਹੈਗਾ? ਅਮਰੀਕਾ ਕਰਦਾ। ਦੂਜੇ ਨੰਬਰ ਤੇ ਕੌਣ ਕਰਦਾ ਹੈਗਾ? ਚਾਈਨਾ ਕਰਦਾ। ਤੀਜੇ ਨੰਬਰ ਤੇ ਇੰਡੀਆ। ਚੌਥੇ ਨੰਬਰ ਤੇ ਇੰਗਲੈਂਡ, ਯੂਕੇ। ਤੇ ਪੰਜਵੇਂ ਨੰਬਰ ਸਾਥੀਓ ਕੌਣ ਕਰਦਾ ਹੈਗਾ? ਰਸ਼ੀਆ। ਆਹ 5 ਦੇਸ਼ ਨੂੰ ਪਤਾ ਹੋਣੇ ਚਾਹੀਦੇ ਨੇ। ਤਾਂ ਯੂਕਰੇਨ ਦੀ ਹੈਲਪ ਵਾਸਤੇ ਕੌਣ ਖੜਾ ਆ ਗਿਆ? ਅਮਰੀਕਾ ਆ ਗਿਆ। ਹਾਲਾਂਕਿ ਯੂਕਰੇਨ ਕੋਈ ਬੜਾ ਤਕੜਾ ਦੇਸ਼ ਨਹੀਂ, ਪਰੰਤੂ ਅਮਰੀਕਾ ਨੇ ਹੁਣ ਖੁੱਲ੍ਹੇ ਪੱਧਰ ਤੇ ਕਹਿਤਾ ਵੀ ਜਿੰਨੀ ਚੀਜ਼ ਦੀ ਲੋੜ ਹੈ ਸਾਥੋਂ ਲੈ ਲਓ। ਅਸੀਂ ਕਦੇ ਆਪਦੇ ਬੰਦੇ ਨਹੀਂ ਦਿੰਦੇ, ਫੌਜੀ ਨਹੀਂ ਦਿੰਦੇ, ਬਸ ਇਹ ਤੋਂ ਇਲਾਵਾ ਕਿਹੜੀ ਚੀਜ਼ ਦੀ ਲੋੜ ਆ, ਜਿਹੜਾ ਵੈਪਨ ਕਹੋਗੇ ਨੂੰ ਉਹ ਤੁਹਾਨੂੰ ਵੈਪਨ ਦੇ ਦਿੰਦੇ। ਐਡੀ ਵੱਡੀ ਤੇ ਡਿਸਕੀ ਕਰਤੀ। ਹੁਣ ਰਸ਼ੀਆ ਤਾਂ ਆਪਣੇ ਨਾਲੋਂ ਵੀ ਮਾੜਾ ਦੇਖਿਆ ਜਾਵੇ ਤਾਂ ਵੈਪਨਸ ਦੇ ਤੌਰ 'ਤੇ ਤਾਂ ਸਭ ਤੋਂ ਜ਼ਿਆਦਾ ਖਰਚਾ ਭਾਰਤ ਦਾ ਤੀਜੇ ਨੰਬਰ 'ਤੇ ਕਰਦੇ, 5ਵੇਂ ਨੰਬਰ 'ਤੇ ਆ ਗਿਆ। ਤਾਂ ਹੁਣ ਉਹਨਾਂ 'ਚ ਮੈਚ ਨਹੀਂ ਹੋ ਰਹੇ। ਬੰਦੇ ਹਾਲਾਂਕਿ ਲੜ ਰਹੇ ਨੇ ਯੂਕਰੇਨ ਦੇ, ਪਰ ਜਿੰਨੇ ਵੀ ਹਥਿਆਰ ਪ੍ਰੋਵਾਈਡ ਕਰਵਾਏ ਜਾ ਰਹੇ ਨੇ, ਚਾਹੇ ਉਹ ਡਰੋਨਸ ਹੋਣ, ਅੱਜ ਕੱਲ੍ਹ ਤਾਂ ਉਹਨੇ ਰੋਬੋਟ ਵੀ ਦੇ ਦਿੱਤੇ, ਫੌਜੀ ਰੋਬੋਟ ਆਉਣ ਲੱਗੇ, ਰੋਬੋਟ ਆਉਣ ਲੱਗੇ ਵੀ ਜਾਓ ਭਾਈ ਲੜਿਓ। ਤਾਂ ਫੌਜੀ ਰੋਬੋਟ ਵੀ ਦੇਣੇ ਸਟਾਰਟ ਕਰਤੇ ਉਹਨਾਂ ਨੇ, ਤਾਂ ਕਰਕੇ ਯੂਕਰੇਨ ਵਾਲੇ ਕੀ ਨਹੀਂ ਹੋ ਰਹੇ, ਹਾਰ ਨਹੀਂ। ਸਮਝੇ ਗੱਲ ਨੂੰ? ਤਾਂ ਕਰਕੇ ਹੁਣ ਬਹੁਤ ਔਖਾ ਹੈ। ਪਰ ਰਸ਼ੀਆ ਨੂੰ ਵੀ ਕੀ ਕਰਿਆ ਜਾਵੇ? ਜੇ ਅਸੀਂ ਐਂ ਬਾਹਰ ਆਉਣੇ ਆ ਫਿਰ ਸਾਡੀ ਬੇਇੱਜ਼ਤੀ ਆ ਵੀ ਕਿ ਨਿੱਕੇ ਜਿਹੇ ਯੂਕਰੇਨ ਤੋਂ ਅਸੀਂ ਤਾਂ ਡਿਸਕੀ ਆ ਜਿੱਤ ਨਹੀਂ ਪਾਏ ਤਾਂ ਸਾਡੀ ਬੇਇੱਜ਼ਤੀ ਹੋਊਗੀ। ਜੇ ਲੜਦੇ ਨੇ ਤਾਂ ਪ੍ਰੋਬਲਮ ਕੀ ਆ? ਖਰਚਾ ਵਾਲਾ ਆਈ ਜਾਂਦਾ ਹੈਗਾ, ਖਰਚਾ ਵਾਲਾ ਹੋ ਰਿਹਾ। ਅਮਰੀਕਾ ਵਾਲੇ ਚਾਹੁੰਦੇ ਇਹ ਨੇ, ਅਮਰੀਕਾ ਇੰਗਲੈਂਡ ਵਾਲੇ ਚਾਹੁੰਦੇ ਇਹ ਨੇ ਵੀ ਯੁੱਧ ਚੱਲੀ ਜਾਵੇ, ਯੁੱਧ ਚੱਲੀ ਜਾਵੇ।
ਹੁਣ ਯੂਕਰੇਨ ਦਾ ਜਿਹੜਾ ਕੁਛ ਹੋਣਾ ਸੀ ਉਹਦਾ ਹੋ ਹੀ ਗਿਆ, ਨਾਲ ਦੇ ਜੇਕਰ ਯੁੱਧ ਚੱਲੀ ਜਾਵੇ ਇਹਦੇ ਨਾਲ ਹਰ ਰੋਜ਼ ਰਸ਼ੀਆ ਦਾ ਕਰੋੜਾਂ ਰੁਪਈਆ ਕੀ ਹੋ ਰਿਹਾ ਖਰਚਾ ਹੋ ਰਿਹਾ, ਤਾਂ ਹੋਰ ਖਰਚਾ ਕਰਾਈ ਚੱਲੀਏ ਇੰਨਾ ਖਰਚਾ ਕਰਾ ਦਈਏ ਕੱਲ੍ਹ ਨੂੰ ਯੂਕਰੇਨ ਜਿੱਤ ਵੀ ਜਾਵੇ ਤਾਂ ਵੀ ਇਹਦੇ ਕੋਲ ਰੁਪਈਏ ਬਚਣ ਨਾ। ਇੰਗਲੈਂਡ ਵਾਲਾ ਕੰਮ ਕਰਨਾ ਚਾਹੁੰਦੇ ਨੇ ਉਹ, ਇੰਗਲੈਂਡ ਨਾਲ ਵੀ ਇਹੀ ਹੋਇਆ ਸੀਗਾ। ਇੰਗਲੈਂਡ ਨੇ ਭਾਰਤ ਨੂੰ ਕਿਉਂ ਛੱਡਿਆ, ਉਹਦਾ ਇੱਕ ਕਾਰਨ ਆ ਵੀ ਸੀਗਾ ਕਿ ਭਾਵੇਂ ਇੰਗਲੈਂਡ ਜਿੱਤ ਗਿਆ ਸੀ ਐਂਡ 'ਤੇ, ਇੰਗਲੈਂਡ ਤੇ ਫਰਾਂਸਾਂ ਨੇ ਹਰਾਤਾ ਸੀ ਕਿਹਨੂੰ, ਜਰਮਨੀ ਨੂੰ। ਜਰਮਨੀ ਤੇ ਜਾਪਾਨ ਸੈਕਿੰਡ ਯੁੱਧ 'ਚ ਇਕੱਠੇ ਲੜ ਰਹੇ ਸੀ, ਭਾਵੇਂ ਇਹਨਾਂ ਨੇ ਹਰਾਤਾ, ਪਰੰਤੂ ਇੰਨਾ ਲੰਬਾ ਯੁੱਧ ਚੱਲਿਆ 2.5 ਸਾਲ। 2.5 ਸਾਲ ਚਲੋ 39 'ਚ ਸਟਾਰਟ ਹੋਇਆ ਸੀ ਸਾਡਾ ਮੇਨ ਯੁੱਧ, 1945 ਤੱਕ 6 ਸਾਲ ਯੁੱਧ ਚੱਲੀ ਗਿਆ। ਹੁਣ ਯੁੱਧ ਚੱਲੇ ਇਹਨਾਂ ਭਾਵੇਂ ਜਿੱਤ ਗਏ, ਪਰੰਤੂ ਨਾਂ ਦੀ ਜਿੱਤ ਵੀ ਜਿੱਤ ਗਏ ਅਸੀਂ। ਇਹਨਾਂ ਕੋਲ ਇੰਨਾ ਕੁ ਰੁਪਈਆ ਵੀ ਨਹੀਂ ਬਚਿਆ ਵੀ ਭਾਰਤ ਨੂੰ ਚਲਾ ਲੈਣ। ਫਿਰ ਉਹ ਕਹਿੰਦੇ ਯਾਰ ਸਾਥੋਂ ਨਹੀਂ ਸਮਝਦਾ ਭਾਰਤ, ਹੁਣ ਸਾਡੇ ਕੋਲ ਰੁਪਈਆ ਖਤਮ ਹੋ ਗਿਆ, ਅਸੀਂ ਭਾਰਤ ਨੂੰ ਕਰ ਰਹੇ ਹਾਂਗੇ ਆਜ਼ਾਦ। ਤਾਂ ਉਸ ਟਾਈਮ ਦੇ ਇਕੱਲਾ ਭਾਰਤ ਨਹੀਂ, ਇਹਨਾਂ ਨੇ ਨਾਲ ਲੱਗਦੇ 53 ਦੇਸ਼ ਹੋਰ ਵੀ ਸੀ। ਭਾਰਤ ਨਹੀਂ, ਜਿੰਨੇ ਵੀ ਦੇਸ਼ ਨੇ, ਅਫਰੀਕਾ ਮਹਾਂਦੀਪ ਦੇ ਤੁਸੀਂ ਦੇਖੋਗੇ, ਕੇਨੀਆ ਹੋਇਆ, ਸਾਊਥ ਅਫਰੀਕਾ ਹੋਇਆ, ਇੰਡੀਆ ਹੋਇਆ, ਨੇਪਾਲ ਹੋਇਆ, ਬਰਮਾ ਹੋਇਆ, ਪਾਕਿਸਤਾਨ ਹੋਇਆ, ਇਕੱਲਾ ਭਾਰਤ ਨਹੀਂ, ਸਭ ਨੂੰ ਹੀ ਦੇਖੋਗੇ 1945 ਤੋਂ 1950 ਤੱਕ ਦੇਸ਼ ਹੀ ਹੋਏ ਸਾਰੇ ਇਹ ਆਜ਼ਾਦ, ਸਾਡੇ ਹੁਣੇ ਆਜ਼ਾਦ ਹੋਏ। ਧਿਆਨ ਰੱਖਣਾ ਗੱਲ ਦੇ ਵਿੱਚ। ਤਾਂ ਉਹੀ ਗੱਲ ਹੁਣ ਇਹ ਇੱਧਰ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਵੀ ਜਦੋਂ ਖਤਮ ਨਾ ਹੋ ਚੱਲੀ ਜਾਵੇ, ਖਤਮ ਨਾ ਹੋ ਜਾਵੇ। ਤਾਂ ਹੁਣ ਖਬਰਾਂ ਨੂੰ ਹਟ ਕੇ ਨਾਲ ਦੇ ਕੋਈ ਖਬਰ ਨਹੀਂ ਵਾਲੀ ਆਉਂਦੀ, ਜਦੋਂ ਚੱਲੀ ਜਾਂਦਾ ਹੁਣ ਵੀ, ਪਰ ਖਬਰ ਦੇ ਨੂੰ ਹਟ ਕੇ ਵੀ ਕੋਈ ਗੱਲ ਨਹੀਂ ਚੱਲੀ ਜਾਣਦੇ, ਸਾਲ ਚੱਲੀ ਜਾਣਦੇ। ਇੰਨਾ ਰਸ਼ੀਆ ਮਾੜਾ ਹੋ ਜੂ, ਕਿਉਂਕਿ ਸਾਰੇ ਜਿਹੜੇ ਆਹ ਦੇਸ਼ ਨੇ ਯੂਰਪੀਅਨ ਕੰਟਰੀ ਆਪਣਾ ਦੁਸ਼ਮਣ ਕਿਹਨੂੰ ਮੰਨਦੇ ਨੇ, ਰਸ਼ੀਆ ਨੂੰ ਮੰਨਦੇ। ਉਹ ਕਹਿੰਦੇ ਰਸ਼ੀਆ ਇੰਨਾ ਮਾੜਾ ਕਰ ਦਿਓ ਵੀ ਰਸ਼ੀਆ ਕੱਲ੍ਹ ਨੂੰ ਸਾਡੇ 'ਤੇ ਹਮਲਾ ਹੀ ਨਾ ਕਰ ਸਕੇ, ਸਮਝੇ ਗੱਲ ਨੂੰ, ਤਾਂ ਕਰਕੇ ਉਹ ਚਲਾਈ ਜਾਂਦੇ ਨੇ। ਹੁਣ ਸਾਰੇ ਦੇਸ਼ ਕਹਿਣ ਲੱਗ ਵੀ ਅਸੀਂ ਹਥਿਆਰ ਦੇਵਾਂਗੇ, ਕੋਈ ਗੱਲ ਨਹੀਂ ਚੱਲੀ ਜਾਣ ਦਿਓ, ਗੱਲਬਾਤ ਹੀ ਕਰ ਆਹ ਰੌਲਾ ਚੱਲ ਰਿਹਾ, ਸਮਝੇ ਗੱਲ ਨੂੰ। ਜਦੋਂ ਅਜੇ ਖਤਮ ਵੀ ਨਹੀਂ ਹੁੰਦਾ, ਇਹ ਚਾਹੁੰਦੇ ਜਦੋਂ ਖਤਮ ਹੋ ਜਾਏ, ਪਰ ਜਦੋਂ ਹਜੇ ਖਤਮ ਹੋਣ ਦੇ ਚਾਂਸ ਨਹੀਂ। ਉਹਦਾ ਫਾਇਦਾ ਭਾਰਤ ਨੂੰ ਹੋ ਰਿਹਾ, ਫਾਇਦਾ ਤਾਂ ਭਾਰਤ ਨੂੰ ਹੋ ਰਿਹਾ। ਤੁਸੀਂ ਹੁਣ ਕੁਝ ਆਪਾਂ ਕਰਦੇ ਹਾਂ ਵੀ ਇਹ ਸਰਕਾਰ ਨੇ ਰੀਸੈਂਟ ਦੇ ਵਿੱਚ ਕਣਕ ਕੀ ਹੋ ਗਈ, ਮਹਿੰਗੀ ਵਿਕੀ ਆ ਨਾ ਆਪਣੀ, ਉਹਦਾ ਕਾਰਨ ਇਹੀ ਆ ਕਿ ਪਹਿਲਾਂ ਰਸ਼ੀਆ ਤੋਂ ਕਣਕ ਵੱਡੇ ਪੱਧਰ ਦੇ ਦੇਸ਼ਾਂ ਨੂੰ ਕੀ ਆ ਵੇਚਦੇ ਸੀ। ਰਸ਼ੀਆ ਤੋਂ ਕਣਕ ਜਾਂਦੀ ਸੀ, ਪਰੰਤੂ ਦੇਸ਼ਾਂ ਨੇ ਰਸ਼ੀਆ 'ਤੇ ਬੈਨ ਲਾਤਾ ਵੀ ਰਸ਼ੀਆ ਵਾਲੀ ਕਣਕ ਕਿਸੇ ਨੇ ਖਰੀਦਣੀ ਨਹੀਂ। ਤਾਂ ਜਿੰਨੇ ਵੱਡੇ ਦੇਸ਼ ਸੀ, ਜਿਵੇਂ ਕਿ ਇੱਕ ਦੇਸ਼ ਸੀ ਮਿਸਰ ਦੇਸ਼ ਆ, ਇਜਿਪਟ, ਇਹ ਰਸ਼ੀਆ ਤੋਂ ਕਣਕ ਖਰੀਦਦਾ ਸੀ। ਇਸ ਵਾਰੀ ਇਹਨੇ ਭਾਰਤ ਨੂੰ ਸਮਝੌਤਾ ਕੀਤਾ ਕਿ ਇਸ ਵਾਰੀ ਮੈਂ 50,000 ਟਨ ਕਣਕ ਕੀ ਤੋਂ ਖਰੀਦੂੰਗਾ, ਭਾਰਤ ਤੋਂ ਤਾਂ ਭਾਰਤ ਤੋਂ ਕਣਕ ਖਰੀਦ ਰਿਹਾ ਇਸ ਵਾਰ। ਤਾਂ ਹੁਣ ਆਪਾਂ ਵੇਚਣੀ ਆ ਵੱਡੇ ਪੱਧਰ 'ਤੇ, ਤਾਂ ਆਪਾਂ ਅੱਗੇ ਵੀ ਲੈ ਲਓ ਕੋਈ ਗੱਲ, ਸਮਝੇ ਗੱਲ, ਕਣਕ ਲੈ ਲਓ, ਜਿੰਨੀ ਲੈਤੀ ਜਾਂਦੀ ਹੈ ਕਣਕ ਲਓ, ਆਪਾਂ ਇਹਦੇ ਬਾਅਦ ਕੀ ਕਰਾਂਗੇ, ਉਹਨੂੰ ਵੇਚਾਂਗੇ। ਤਾਂ ਉਵੇਂ ਇਕੱਲਾ ਮਿਸਰ ਨਹੀਂ, ਮਿਸਰ ਤੋਂ ਇਲਾਵਾ ਬੰਗਲਾਦੇਸ਼, ਬਰਮਾ, ਨੇਪਾਲ, ਇਹਨਾਂ ਨੂੰ ਵੀ 60 ਉੱਪਰ ਕੀ ਵੇਚਣੀ ਆ, ਸ਼੍ਰੀਲੰਕਾ, ਇਹਨਾਂ ਨੂੰ ਵੀ ਇਸ ਸਾਲ ਆਪਣੀ ਕੀ ਜਾਊਗੀ, ਕਣਕ ਜਾਊਗੀ। ਤਾਂ ਕਣਕ ਦੀ ਜਿਹੜੀ ਪੈਦਾਵਾਰ ਆ ਘਟ ਗਈ, ਸਰਕਾਰ ਉੱਪਰ ਇੱਕ ਵੀ ਜ਼ਿਆਦਾ ਪੈਦਾਵਾਰ ਹੋ ਗਈ, ਪੈਦਾਵਾਰ ਉਨੀ ਹੋਈ ਨਹੀਂ। ਤਾਂ ਉਹਨਾਂ ਨੂੰ ਐਂ ਵੀ ਸੀ ਵੀ ਚੱਲ ਕਿਸਾਨਾਂ ਨੂੰ ਬੈਨੀਫਿਟ ਹੋਵੇ, ਉਹਨਾਂ ਦਾ ਖਰਚਾ ਉਹਨਾਂ ਤੱਕ ਪੂਰਾ ਹੋ ਜਾਵੇ, ਤਾਂ ਵੀ ਉਹਨੇ ਮਹਿੰਗੀ ਖਰੀਦੀ ਆ, ਅਤੇ ਨਾਲ ਆਪਾਂ ਬਾਹਰ ਭੇਜਣੀ ਆ, ਤਾਂ ਕਰਕੇ ਦਾ ਡਿਸਕੀ ਆ ਭਾਰਤ ਦੀ ਕਣਕ ਇਸ ਵਾਰੀ ਜ਼ਿਆਦਾ। ਉਹੀ ਗੱਲ ਸਾਥੀਓ ਮੂੰਗੀ 'ਤੇ ਆ, ਸਰਕਾਰ ਨੇ ਕਿਹਾ ਮੂੰਗੀ ਲਾਓ, ਉਹਦਾ ਵੱਡਾ ਕਾਰਨ ਨਹੀਂ ਨਿਕਲ ਕੇ ਆਉਂਦਾ ਕਿਉਂਕਿ ਮੂੰਗੀ ਦੀ ਵੀ ਬਾਹਰਲੇ ਪਾਸੇ ਮੰਗ ਬਹੁਤ ਆ, ਸਮਝੇ ਗੱਲ ਨੂੰ। ਜਿੰਨੀ ਬਾਹਰ ਛੱਡੋ, ਜਿੰਨੀ ਪੰਜਾਬ 'ਚ ਮੂੰਗੀ ਦੀ ਮੰਗ ਹੈ ਨਾ, ਆਪਾਂ ਉਹਦਾ ਸਿਰਫ 6ਵਾਂ ਹਿੱਸਾ ਹੀ ਪੈਦਾ ਕਰਦੇ ਹਾਂ। ਆਪਣੇ 3.5 ਲੱਖ ਟਨ ਮੂੰਗੀ ਦੀ ਰੈਡਿਸਕੀ ਆ ਮੰਗ ਆ, ਸਮਝੇ ਗੱਲ ਨੂੰ। ਅਤੇ ਪੰਜਾਬ 'ਚ ਉਸ ਪੈਦਾ ਹੁੰਦੀ ਹੈ 50,000 ਟਨ, ਤਾਂ ਬਹੁਤ ਥੋੜ੍ਹੀ ਮੂੰਗੀ ਕੀ ਆ ਪੈਦਾ ਹੁੰਦੀ ਆ। ਅਸੀਂ ਮੂੰਗੀ ਬਾਹਰੋਂ ਮੰਗਾਉਂਦੇ ਹਾਂ, ਅਤੇ ਬਾਹਰੋਂ ਮੰਗਾਉਣੇ ਆ ਤਾਂ ਫਿਰ ਆਪਾਂ ਨੂੰ ਕੋਈ ਫਾਇਦਾ, ਬਾਹਰ ਨੂੰ ਫਾਇਦਾ ਹੋ ਰਿਹਾ। ਇਹਨੂੰ ਸਰਕਾਰ ਕਹਿ ਰਹੀ ਭਾਈ ਚੌਲਾਂ ਦੀ ਬੜੀ ਲੋੜ ਨਹੀਂ ਹੈਗੀ, ਚੌਲ ਘਟਾ ਦਿਓ, ਮੂੰਗੀ 'ਤੇ ਕੀ ਕਰੋ ਫਾਇਦਾ, ਕੀ ਕਰੋ ਬੈਨੀਫਿਟ। ਫਿਰ ਵਧੀਆ ਫੈਸਲਾ ਸਰਕਾਰ ਦਾ, ਸਰਕਾਰ ਕਹਿੰਦੀ ਸੀ MSP ਦੇਵਾਂਗੇ, ਸਮਝੇ ਗੱਲ ਨੂੰ। ਕਿਉਂਕਿ ਪਹਿਲਾਂ ਵੀ ਹਾਲਾਂਕਿ MSP ਮਿਲਦੀ ਸੀਗੀ, ਪਰੰਤੂ MSP ਦੇਣ ਦਾ ਜਿਹੜਾ ਕੰਮ ਹੁੰਦਾ ਉਹ ਹੁੰਦਾ ਸਟੇਟਾਂ ਦਾ, ਵੀ ਰੁਪਈਏ ਤੈਅ ਕਰਦੇ ਨੇ ਕੌਣ, ਸੈਂਟਰ ਵਾਲੇ, ਪਰ ਦਿੰਦੇ ਕੌਣ ਨੇ, ਸਟੇਟ ਵਾਲੇ ਦਿੰਦੇ ਨੇ। ਹੁਣ MSP ਤਾਂ ਪਹਿਲਾਂ ਵੀ ਮੂੰਗੀ 'ਤੇ ਆਉਂਦੀ ਸੀ, ਪਰੰਤੂ ਸਟੇਟ ਵਾਲੇ ਨੇ ਕਿਤੇ ਫੈਸਲਾ ਲੈ ਵੀ ਅਸੀਂ ਭਾਈ ਰੁਪਈਏ ਦੇਵਾਂਗੇ ਤੁਹਾਨੂੰ, ਕਹਿਣਾ ਮਤਲਬ ਹੁਣ ਜੇ ਕਿਸਾਨ ਨੂੰ ਭਾਵੇਂ ਰੁਪਈਏ ਕਹੀ ਜਾਣ ਵੀ ਭਾਈ ਦੇਵਾਂਗੇ, ਪਰ ਪ੍ਰੋਪਰ ਆਉਣ ਹੈ ਨਾ, ਪਵਾਊ ਕੌਣ, ਸਟੇਟ ਵਾਲੇ ਪਵਾਉਣਗੇ, ਪਰ ਉਹ ਪਵਾਉਂਦੇ ਹੈ ਨਹੀਂ ਸੀ, ਤਾਂ ਕਰਕੇ ਲੋਕ ਮੂੰਗੀ ਦੀ ਖੇਤੀਬਾੜੀ ਨਹੀਂ ਕਰਦੇ। ਪਰ ਇਸ ਵਾਰ ਸਟੇਟ ਨੇ ਕਿਹਾ ਵੀ ਅਸੀਂ ਤੁਹਾਨੂੰ ਕੀ ਦਵਾਵਾਂਗੇ MSP, ਲਗਭਗ 4500 5000 ਦਾ ਰੇਟ ਚੱਲ ਰਿਹਾ ਮੂੰਗੀ ਦਾ, 5000 ਰੁਪਏ ਕੁਆਂਟਲ ਦਾ ਰੇਟ ਆ ਮੂੰਗੀ ਦਾ MSP ਦੇ ਵਿੱਚ। ਧਿਆਨ ਰੱਖਣਾ ਇਹ ਗੱਲ ਦੀ, ਤਾਂ ਬਹੁਤ ਵਧੀਆ ਰੇਟ ਆ। ਜੇ ਬੰਦਾ ਕੋਈ ਮੂੰਗੀ ਦੀ ਖੇਤੀਬਾੜੀ ਕਰਦਾ ਤਾਂ ਉਹਨੂੰ ਵਧੀਆ ਬੈਨੀਫਿਟ ਕੀ ਹੋਊਗਾ। ਹੁਣ MSP ਵੀ ਕਹਿਤਾ ਵੀ ਭਾਈ ਤੁਹਾਨੂੰ ਇੰਨਾ ਰੁਪਏ ਦੇਵਾਂਗੇ, ਚਾਹੇ ਮੂੰਗੀ। MSP ਦਾ ਮਤਲਬ ਕੀ ਹੈ, ਫੁੱਲ ਫਾਰਮ ਕੀ ਹੈ MSP ਦੀ, ਫੁੱਲ ਫਾਰਮ ਕੀ ਹੈ MSP ਦੀ, ਇਟ ਇਜ਼ ਅ ਮਿਨੀਮਮ ਸਪੋਰਟ ਪ੍ਰਾਈਸ। ਧਿਆਨ ਰੱਖਣਾ MSP ਦਾ ਪੂਰਾ ਨਾਮ ਯਾਦ ਰੱਖਣਾ, ਇਟ ਇਜ਼ ਅ ਮਿਨੀਮਮ ਸਪੋਰਟ ਪ੍ਰਾਈਸ। ਮਿਨੀਮਮ ਆਪਾਂ ਘੱਟੋ ਘੱਟ ਇਹਨਾਂ ਦਵਾਵਾਂਗੇ। ਜੇ ਤੁਹਾਡੀ ਮੂੰਗੀ ਵਧੀਆ ਹੋਈ ਤਾਂ ਤੁਹਾਨੂੰ ਵੱਧ ਵੀ ਦਵਾ ਸਕਦੇ ਹਾਂ, ਤਾਂ ਮਿਨੀਮਮ ਤਾਂ ਇਹਨਾਂ ਦਵਾਵਾਂਗੇ। ਇਹਦਾ ਮਿਨੀਮਮ ਘੱਟੋ ਘੱਟ ਰੁਪਈਆ ਤਾਂ ਇਹਨਾਂ ਮਿਲੂਗਾ ਹੀ ਮਿਲੂਗਾ। ਧਿਆਨ ਰੱਖਣਾ
ਪਹਿਲਾਂ ਇਹ MSP नहीं सी मिलता ਹੁੰਦਾ ਮੂੰਗੀ ਤੇ, ਪਰ ਹੁਣ ਸਰਕਾਰ ਨੇ ਕਿਹਾ ਕਿਉਂਕਿ ਸਾਡੀ ਬਾਹਰ ਵੀ ਮੰਗ ਵੱਧ ਰਹੀ ਹੈ ਮੂੰਗੀ ਦੀ, ਨਾਲ ਜੇਕਰ ਭਾਰਤ ਵਿੱਚ ਵੀ ਮੂੰਗੀ ਦੀ ਮੰਗ ਕੀ ਹੈ ਵੱਡੇ ਪੱਧਰ ਤੇ ਕੀ ਹੋ ਰਹੀ ਹੈ, ਇਨਕਰੀਜ਼ ਹੋ ਰਹੀ ਹੈ। गुड साथियों, क्वेश्चन आऊगा कि केड़ी कंपनी भारत की कंज्यूमर गुड्स किहड़ियां होंदियां ने जिहड़ियां आपां आम घरां 'च वरतदे हां। एक होंदियां ने प्रोडक्शन गुड्स होंदियां ने समान, गुड्स होंदियां ने वस्तुआं, एक होंदियां ने प्रोडक्शन गुड्स, एक होंदियां ने कंज्यूमर गुड्स का मतलब कि ना वस्तुआं, प्रोडक्शन का मतलब पैदा करने वास्ते वरतियां जांदियां ने। हुण ट्रैक्टर आप तो कोई वस्तु है नहीं ना, पर ट्रैक्टर की वरतों किहदे वास्ते करते हैं आपां, बाकी तरह का समान ढोआ ढुआई वास्ते। जेकर खड़ा देंगे कि वह कोई फायदा होगा नहीं, उन्हें वरतांगे तो होर सानूं फायदा होंदा है, ढोआ ढुआई के लिए फायदा होंदा है। असीं दैट इज़ की आ मिट्टी नूं वाहण वास्ते, वाढी करने वास्ते उत्थे की करते हैं, वह यूज़ करते हैं। उवें कार का कोई अपना फायदा तो है नहीं गा, जे खड़ी है अंदर खड़ी है तो वो किहड़ियां गुड्स आ गई अपने को प्रोडक्शन। जां लोहा की एक प्रोडक्शन गुड आ, लोहा आपस का कोई फायदा है नहीं, पर लोहे की कुर्सी बना दी मैं फिर फायदा होने लगूगा, लोहे तो कोई मैं चीज़ बना दी फिर फायदा होगा। उवें कंज्यूमर ਜਿਹੜੀਆਂ ਆਪਾਂ ਘਰਾਂ 'ਚ ਵਰਤਦੇ ਹਾਂ, ਘਰਾਂ 'ਚ ਕੀ ਵਰਤਦੇ ਹਾਂ, ਮੰਨ ਲਓ ਮੂੰਗੀ, ਮੰਨ ਲਓ ਸਰੋਂ ਦਾ ਤੇਲ, ਖਾਣ ਵਾਲੀ ਜਿੰਨੀਆਂ ਵਸਤੂਆਂ ਆ ਗਈਆਂ, ਪਹਿਨਣ ਵਾਲੀਆਂ ਟੀ-ਸ਼ਰਟਾਂ ਆ ਗਈਆਂ, ਸਾਰੀ ਕਿਹੜੇ ਕੰਜ਼ਿਊਮਰ ਨੇ। ਆਪਾਂ ਕੀ ਕਰਦੇ ਹਾਂ ਹਰ ਰੋਜ਼ ਜ਼ਿੰਦਗੀ ਵਿੱਚ ਕਰਕੇ ਕਰਦੇ ਹਾਂ, ਬਾਰ-ਬਾਰ ਕੀ ਕਰਦੇ ਹਾਂ ਯੂਜ਼ ਕਰਦੇ ਹਾਂ, ਕਿਹਨੇ ਕੰਜ਼ਿਊਮਰ ਗੁੱਡਸ। ਤੇ ਸਾਥੀਓ ਜਿਵੇਂ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਅੱਜ ਕੱਲ੍ਹ ਕੰਜ਼ਿਊਮਰ ਗੁੱਡਸ ਦੀਆਂ ਖੁੱਲ੍ਹ ਗਈਆਂ। ਪਹਿਲਾਂ ਤਾਂ ਲੋਕ ਘਰਾਂ ਦੇ ਵਿੱਚ ਦੁਕਾਨਾਂ ਪਾਉਂਦੇ ਸੀਗੇ, ਹੁਣ ਤੁਹਾਨੂੰ ਪਤਾ ਜਿਵੇਂ ਡੀ-ਮਾਰਟ ਖੁੱਲ੍ਹ ਗਿਆ, ਜਿਵੇਂ ਕਿ ਰਿਲਾਇੰਸ ਮਾਰਟ ਖੁੱਲ੍ਹ ਗਿਆ, ਤਾਂ ਹੁਣ ਵੱਡੀਆਂ ਕੰਪਨੀਆਂ ਹੀ ਕੰਜ਼ਿਊਮਰ ਗੁੱਡਸ ਵੇਚਦੀਆਂ ਨੇ। ਜਾਓ ਭਾਈ ਮੌਲ ਦੇ ਵਿਚਕਾਰ, ਮੌਲ 'ਚ ਜਾ ਕੇ ਜਿਹੜੀ ਸਮਾਨ ਦੀ ਲੋੜ ਆ, ਨੂਣ ਚਾਹੀਦਾ ਗਾ, ਮਸਾਲਾ ਚਾਹੀਦਾ ਗਾ, ਤੇਲ ਚਾਹੀਦਾ, ਕੋਈ ਮਰਜ਼ੀ ਚਾਹੀਦੀ ਜਾ ਕੇ ਲਿਆ, ਸਮਝੇ ਗੱਲ ਨੂੰ। ਤਾਂ ਪਹਿਲਾਂ ਇੱਕ ਕੰਪਨੀ ਹੁੰਦੀ ਸੀਗੀ HUL, ਇਹਦਾ ਬਹੁਤ ਨਾਮ ਹੁੰਦਾ ਸੀ, ਇਹ ਸਮਾਨ ਦੇ ਵਿਚਕਾਰ ਬਹੁਤ ਤੇਜ਼ੀ ਨਾਲ ਇਹ ਸਮਾਨ ਵੇਚਦੀ ਸੀ। HUL ਦਾ ਆਪਣਾ ਨਾਮ ਕੀ ਹੈਗਾ, ਹਿੰਦੁਸਤਾਨ ਯੂਨੀਅਨ ਲੀਵਰ, ਉਹਦਾ ਨਾਮ ਇਹਦਾ ਪਹਿਲਾਂ HUL ਦਾ ਹਿੰਦੁਸਤਾਨ ਯੂਨੀਅਨ ਲੀਵਰ। ਇਹ ਅਸਲੇ ਭਾਰਤੀ ਕੰਪਨੀ ਨਹੀਂ ਸੀ, ਇਹ ਸੀ ਅੰਗਰੇਜ਼ਾਂ ਦੀ, ਬ੍ਰਿਟਿਸ਼ਰ ਕੰਪਨੀ ਸੀ। ਹੁਣ ਵੀ ਆ ਸੀ ਨਹੀਂ ਵੀ ਹੁਣ ਵੀ ਇਹ ਕੰਪਨੀ ਦਾ ਇਹ HUL ਅੰਗਰੇਜ਼ੀ ਕੰਪਨੀ ਆ, ਪਰੰਤੂ ਭਾਰਤ ਦੇ ਵੱਡੇ ਪੱਧਰ ਤੇ ਮੌਲ ਖੋਲ ਕੇ ਸਮਾਨ ਵੇਚਦੀ ਸੀ, ਅੱਗੇ ਐਕਸਪੋਰਟ ਕਰਦੀ ਸੀ। ਪਰ ਇਸ ਸਾਲ ਸਾਥੀਓ ਇਹਨੂੰ ਪਿੱਛੇ ਛੱਡਤਾ, ਨਵੀਂ ਕੰਪਨੀ ਆ, ਧਿਆਨ ਰੱਖਣਾ ਕੰਪਨੀ ਦਾ ਨਾਮ ਹੈਗਾ ਅਡਾਨੀ ਦੀ ਕੰਪਨੀ ਆ, ਅਡਾਨੀ ਵੋਲਮਰ ਕੰਪਨੀ ਲਿਮਟਿਡ, ਅਡਾਨੀ ਵੋਲਮਰ ਲਿਮਟਿਡ। ਇਹਨੇ ਪਿੱਛੇ ਛੱਡਤਾ ਇਸ ਸਾਲ ਸਾਥੀਓ, ਇਹਨੇ ਅਰਾਊਂਡ ਕਹਿਣ ਦਾ ਮਤਲਬ ਦੇ ਵਿਚਕਾਰ 100 ਕਰੋੜ ਰੁਪਏ ਦਾ ਡਿਸਕੀ ਵੇਚਿਆਗਾ। ਆਹ ਕੰਜ਼ਿਊਮਰ ਗੁੱਡ ਦਾ ਕੀ ਵੇਚਿਆ ਸਮਾਨ। ਤਾਂ ਜੇ ਕੁਐਸਚਨ ਹੈ ਵੀ ਕੰਜ਼ਿਊਮਰ ਗੁੱਡ ਦੇ ਵਿੱਚ ਸਭ ਤੋਂ ਵੱਡੀ ਕੰਪਨੀ ਭਾਰਤ ਦੀ ਕਿਹੜੀ ਬਣ ਗਈ ਆ, ਤਾਂ ਕਿਹੜੀ ਬਣ ਗਈ ਆ, ਤਾਂ ਧਿਆਨ ਰੱਖਣਾ ਉਹ ਕਿਹੜੀ ਬਣ ਗਈ ਆ, ਅਡਾਨੀ ਵੋਲਮਰ। ਸਮਝੇ ਗੱਲ ਨੂੰ, ਅਡਾਨੀ ਦੀ ਕੰਪਨੀ ਬਣ ਗਈ ਆ ਭਾਰਤ ਦੀ ਸਭ ਤੋਂ ਜ਼ਿਆਦਾ ਵੱਡੀ ਦਾ ਡਿਸਕ ਕੰਜ਼ਿਊਮਰ ਗੁੱਡਸ ਵੇਚਣ ਵਾਲੀ ਕੰਪਨੀ ਅਡਾਨੀ ਵੋਲਮਰ। ਇਹ ਯਾਰ ਅਡਾਨੀ ਵੋਲਮਰ ਕੰਪਨੀ, ਅਡਾਨੀ ਵੋਲਮਰ ਲਿਮਟਿਡ ਕੰਪਨੀ ਬਣ ਚੁੱਕੀ। ਗੁੱਡ ਸਾਥੀਓ ਇੱਕ ਵਧੀਆ ਐਪ ਲਾਂਚ ਕੀਤੀ ਗਈ ਆ, ਜਿਹਨੂੰ ਲਿਖਿਆ ਤਾਂ ਆਇਆ ਜਾਂਦਾ, ਉਹਦਾ ਨਾਮ ਹੈਗਾ ਸਹੇਲੀ। ਲਿਖਿਆ ਇੱਦਾਂ, ਐਪ ਦਾ ਨਾਮ ਕੀ SHLEE, ਪਰ ਨਾਮ ਉਹਦਾ ਕੀ ਹੈ ਸਹੇਲੀ। ਐਪ ਹੈ ਇਹ ਸਾਥੀਓ। ਅੱਜ ਕੱਲ੍ਹ ਹੁਣ ਦੇਖੋ ਆਹ ਸਿਸਟਮ ਚੱਲ ਪਿਆ, ਵਧੀਆ ਸਿਸਟਮ ਆ। ਇਹ ਕੇਰਲਾ ਵਾਲਿਆਂ ਨੇ ਇਹ ਲਾਂਚ ਕੀਤਾ। ਕੇਰਲਾ ਵਾਲਿਆਂ ਨੇ ਕੀ ਕੀਤਾ ਵੀ ਜਿਹੜੀਆਂ ਆਸ਼ਾ ਵਰਕਰਾਂ ਹੋਣਗੀਆਂ, ਆਸ਼ਾ ਵਰਕਰ ਸਮਝੋ ਨਾ, ਆਸ਼ਾ ਵਰਕਰ ਜਿਹੜੀ ਹੁੰਦੀ ਜਿਹੜੀ ਪਿੰਡਾਂ ਦੇ ਵਿੱਚ ਕਰਕੇ ਜਾ ਕੇ ਕੀ ਆ ਸਹੂਲਤਾਂ ਦਿੰਦੇ, ਡਿਸਪੈਂਸਰੀਆਂ 'ਚ ਬਹਿੰਦੀ ਆ, ਉਹ ਆਸ਼ਾ ਵਰਕਰ ਕੀ ਕਰੂਗੀ, ਲੋਕਾਂ ਦੇ ਘਰਾਂ ਦੇ ਵਿੱਚ ਜਾਊਗੀ, ਖਾਸ ਕਰਕੇ ਲੇਡੀਜ਼ ਦਾ ਡੈਟ ਇਜ਼ ਕੀ ਬਾਇਓਡਾਟਾ ਲਊਗੀ। ਬਾਇਓਡਾਟਾ ਲੈ ਕੇ ਕਹਿੰਦਾ ਮਤਲਬ ਚੈੱਕ ਕਰੂ, ਪਹਿਲੀ ਗੱਲ ਜੇਕਰ ਉਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਲੀਵਰ ਦੀ ਪ੍ਰੋਬਲਮ ਤਾਂ ਨਹੀਂ ਹੈਗੀ, ਉਹਦਾ ਕੋਈ BP ਤਾਂ ਨਹੀਂ ਵੱਧ ਰਿਹਾ, ਉਹਨੂੰ ਕੋਈ ਸ਼ੂਗਰ ਦੀ ਬਿਮਾਰੀ ਤਾਂ ਨਹੀਂ ਹੈਗੀ ਪਹਿਲੀ ਗੱਲ ਦੇ ਵਿੱਚ। ਜੇ ਹੈਗੀ ਆ ਤਾਂ ਨਾਲ ਇਹ ਐਪ 'ਤੇ ਕਰੂਗੀ, ਅਪਲੋਡ ਕਰ ਦੂ। ਸਹੇਲੀ ਐਪ ਸਰਕਾਰ ਦੀ ਆ, ਉਹ ਅਪਲੋਡ ਕਰ ਦੂ ਜਾ ਕੇ ਵੀ, ਦੈਟ ਇਜ਼ ਕਿ ਆਹ ਲੇਡੀਜ਼ ਨੂੰ ਆਹ ਕੀ ਪ੍ਰੋਬਲਮ ਹੈਗੀ ਨੇ।
ਚਾਹੇ ਨਹੀਂ ਵੀ ਹੁਣ ਤਾਂ ਵੀ ਜੇ ਹੈਗੇ ਤਾਂ ਵੀ ਦੋਨੇ ਨਾਲ ਦੱਸੂਗੀ ਉਹਦੇ ਨਾਲ ਕੀ ਪ੍ਰੋਬਲਮ ਆ ਰਹੀਆਂ ਤਾਂ ਲਗਾਤਾਰ ਉਹਨੂੰ ਸਹੇਲੀ ਐਪ 'ਤੇ ਤੁਸੀਂ ਇਹਦਾ ਆਹ ਰੋਕਥਾਮ ਕਰ ਸਕਦੇ ਹੋ, ਤੁਹਾਨੂੰ ਆਹ ਕਰਨਾ ਚਾਹੀਦਾ। ਵੱਡੇ ਵੱਡੇ ਡਾਕਟਰਾਂ ਟੀਮਾਂ ਉਹਨੂੰ ਲਗਾਤਾਰ ਉਹ ਬੰਦੇ ਨੂੰ ਉਹ ਲੇਡੀਜ਼ ਨੂੰ ਕਹਿਣ ਦਾ ਮਤਲਬ ਲਗਾਤਾਰ ਕੀ ਹੈ ਟੱਚ ਰਹਿਣਗੀਆਂ ਅਤੇ ਉਹਨੂੰ ਉਹਦੇ ਇਲਾਜ ਬਾਰੇ ਕੀ ਦੱਸਦੀਆਂ ਰਹਿਣਗੀਆਂ। ਜੇ ਨਹੀਂ ਵੀ ਕੋਈ ਪ੍ਰੋਬਲਮ ਹੈਗੀ ਤਾਂ ਵੀ ਉਹਨੂੰ ਅਟੈਚ ਕੀਤਾ ਜਾਊ ਤਾਂ ਕਿ ਉਹ ਬਿਮਾਰ ਨਾ ਹੋ ਜਾਵੇ, ਕਿਉਂਕਿ 30 ਸਾਲ ਤੋਂ ਬਾਅਦ ਨਾ ਲੇਡੀਜ਼ ਨੂੰ ਖਾਸ ਕਰਕੇ ਕਾਫੀ ਤਰ੍ਹਾਂ ਦੀਆਂ ਪ੍ਰੋਬਲਮ ਆਉਣੀਆਂ ਹੋ ਜਾਂਦੀਆਂ ਸਟਾਰਟ ਹੋ ਜਾਂਦੀਆਂ ਨੇ, ਤਾਂ ਹੁਣ ਉਹ ਪ੍ਰੋਬਲਮ ਨਾ ਉਹਨਾਂ ਬਾਰੇ ਜਾਣਕਾਰੀਆਂ ਵੀ ਦੈਟ ਇਜ਼ ਕੇ ਦੇਣਾ ਸਟਾਰਟ ਕਰੂਗੀ। ਤਾਂ ਕਿਹੜੀ ਐਪ ਆ ਗਈ ਸਹੇਲੀ ਐਪ। ਕੁਐਸਚਨ ਕਿਹਨੇ ਸਟਾਰਟ ਕੀਤੀ ਆ? ਕੇਰਲਾ ਨੇ ਸਟਾਰਟ ਕੀਤੀ। ਇੱਕ ਤਾਂ ਕੁਐਸਚਨ ਇਹ ਬਣਦਾ ਹੈ, ਇੱਕ ਕੁਐਸਚਨ ਆਇਆ ਹੋਊਗਾ ਵੀ ਕਾਹਦੇ ਨਾਲ ਸੰਬੰਧਿਤ ਹੈ? ਕਾਹਦੇ ਸੰਬੰਧਿਤ ਹੈ? ਹੈਲਥ ਸਿਸਟਮ ਨਾਲ ਸੰਬੰਧਿਤ ਹੈ। ਹੈਲਥ ਨਾਲ ਸਿਸਟਮ ਸੰਬੰਧਿਤ ਹੈ। ਹੈਲੋ ਸਾਥੀਓ, ਅੱਗੇ ਕੀ ਹੈਗਾ ਤੁਹਾਨੂੰ ਪਤਾ ਬਹੁਤ ਹੀ ਵਧੀਆ ਨਿਊਜ਼ ਆ ਸਾਥੀਓ। ਹੁਣ ਨਾ ਇੱਕ ਡੈਫ ਸਮਰ ਓਲੰਪਿਕਸ ਹੋ ਰਹੇ ਨੇ। ਡੈਫ ਸਮਰ ਓਲੰਪਿਕਸ। ਸਮਰ ਓਲੰਪਿਕਸ ਸਮਝੀ ਗਈ? ਡੈਫ ਭਾਵ ਜਿਹੜੇ ਬੰਦੇ ਬੋਲੇ ਨੇ ਜਿਹਨੂੰ ਸੁਣ ਨਹੀਂ ਸਕਦਾ, ਤਾਂ ਬੋਲਿਆਂ ਵਾਸਤੇ ਵੀ ਕੀ ਹੈਗਾ ਇੱਕ ਕੀ ਹੈਗਾ ਕੀ ਬਣਾਇਆ ਜਾਂਦਾ ਹੈਗਾ ਓਲੰਪਿਕ ਖਿਡਾਇਆ ਜਾਂਦਾ ਵੀ ਪਲੇਅਰ ਨੇ ਪਰ ਉਹ ਸੁਣ ਜਾਂ ਬੋਲ ਨਹੀਂ ਸਕਦੇ, ਤਾਂ ਡੈਫ ਸਮਰ ਓਲੰਪਿਕਸ ਕੇ ਕਰਵਾਏ ਜਾਂਦੇ। ਇੱਕ ਤਾਂ ਕੁਐਸਚਨ ਇਹ ਹੁੰਦਾ ਵੀ ਕਿੱਥੇ ਕਰਾਏ ਜਾ ਰਹੇ ਨੇ, ਚੱਲ ਰਹੇ ਨੇ ਹੁਣ ਇਹ ਕਿੱਥੇ ਚੱਲ ਰਹੇ ਨੇ ਸਾਥੀਓ? ਬ੍ਰਾਜ਼ੀਲ ਦੇਸ਼ ਆ। ਬ੍ਰਾਜ਼ੀਲ ਦੇਸ਼ ਦੇ ਵਿੱਚ ਡੈਫ ਸਮਰ ਓਲੰਪਿਕਸ ਕਰਵਾਏ ਜਾ ਰਹੇ ਸਾਥੀਓ। ਜੋ ਖੁਸ਼ੀ ਦੀ ਗੱਲ ਆ ਕਿ ਆਪਣਾ ਇੱਕ ਪਲੇਅਰ ਸੀਗਾ। ਪਹਿਲੀ ਗੱਲ ਤਾਂ ਕਿੰਨੇ ਪਲੇਅਰ ਭਾਰਤ ਕੰਨਿਓ ਗਏ ਨੇ? 65 ਬੰਦੇ ਗਏ ਨੇ ਭਾਰਤ ਕੰਨਿਓ ਖੇਡਣ ਵਾਸਤੇ। ਦੂਜੀ ਗੱਲ ਇਹ ਰੱਖਣੀ ਹੈ ਡੈਫ ਤਾਂ ਡੈਫ 'ਚ ਨਹੀਂ ਓਲੰਪਿਕ ਖੇਡਣ 'ਚ। ਡੈਫ ਤਾਂ ਗੂੰਗੇ ਬੋਲਾਂ ਨੂੰ ਕਹਿੰਦੇ ਨੇ ਜਿਹੜੇ ਬੰਦੇ ਬੋਲ ਨਹੀਂ ਸਕਦੇ। ਉਹਨਾਂ 'ਚ 65 ਬੰਦੇ ਪਲੇਅਰ ਆਪਣੇ ਭਾਰਤ ਕੰਨਿਓ ਕਿੱਥੇ ਗਏ ਨੇ? ਉਹ ਓਲੰਪਿਕ ਖੇਡਣ ਵਾਸਤੇ ਗਏ ਨੇ ਸਾਥੀਓ। ਨਿਊਜ਼ ਆ ਰਹੀ ਹੈ ਬਹੁਤ ਵਧੀਆ। ਇੱਕ ਮੁੰਡਾ ਉਹ 'ਚੋਂ ਧਨੁਸ਼ ਸ਼੍ਰੀਕਾਂਤ। ਇਹ ਜਿਹੇ ਕੁਐਸਚਨ ਸਾਥੀਓ ਪੇਪਰ 'ਚ ਬਣਦੇ ਨੇ। ਇਹ ਜਿਹੇ ਕੁਐਸਚਨ ਤਾਂ ਪੇਪਰ 'ਚ ਚਾਹ ਕੇ ਲੈਂਦੇ ਨੇ। ਕੁਐਸਚਨ ਆਊਗਾ ਕਿ ਧਨੁਸ਼ ਸ਼੍ਰੀਕਾਂਤ ਰੀਸੈਂਟ ਨਿਊਜ਼ 'ਚ ਰਿਹਾ, ਦੱਸੋ ਕੌਣ ਆ? ਇਹ ਕੋਈ ਪਲੇਅਰ ਹੈਗਾ? ਇਹ ਕੋਈ ਕਹਿਣ ਦਾ ਮਤਲਬ ਰਾਈਟਰ ਹੈਗਾ? ਇਹ ਕੋਈ ਸਮਾਜ ਸੇਵੀ ਹੈ? ਕੌਣ? ਨਾਮ ਚੱਲ ਰਿਹਾ ਮੁੰਡੇ ਦਾ ਧਨੁਸ਼ ਸ਼੍ਰੀਕਾਂਤ। ਕਿਉਂ ਨਾ ਚੱਲ ਰਿਹਾ ਸਾਥੀਓ? ਸ਼ੂਟਿੰਗ ਦੇ ਵਿੱਚ 10 ਮੀਟਰ 에ਅਰ ਪਿਸਟਲ ਦੇ ਵਿੱਚ ਇਹ ਬੰਦਾ ਭਾਰਤ ਵਾਸਤੇ ਕੀ ਲੈ ਕੇ ਆਇਆ ਹੈਗਾ? 골ਡ ਮੈਡਲ ਲੈ ਕੇ ਆਇਆ ਹੈਗਾ। ਤਾਂ ਕਰਕੇ ਦੈਟ ਇਜ਼ ਕਿ ਇਹਦਾ ਨਾਮ ਕਾਫੀ ਨਿਊਜ਼ 'ਚ ਆ ਰਿਹਾ ਹੈਗਾ। ਧਨੁਸ਼ ਸ਼੍ਰੀਕਾਂਤ ਇਹ 10 ਮੀਟਰ 에ਅਰ ਰਾਈਫਲ 'ਚ ਕੀ ਲੈ ਕੇ ਆਇਆ? 골ਡ ਲੈ ਕੇ ਆਇਆ। 10 ਮੀਟਰ 에ਅਰ ਰਾਈਫਲ 'ਚੋਂ 골ਡ ਲੈਣ ਵਾਲਾ ਜਿਹੜਾ ਬੰਦਾ ਕੌਣ ਆ? ਧਨੁਸ਼ ਸ਼੍ਰੀਕਾਂਤ। ਇੱਕ ਹੋਰ ਹੈਗਾ ਸ਼ੌਰਿਆ ਸ਼ਰਮਾ। ਸ਼ੌਰਿਆ ਸ਼ਰਮਾ ਇਹ ਬੰਦਾ ਵੀ ਸ਼ੂਟਿੰਗ ਦੇ ਵਿੱਚੋਂ ਸਾਥੀਓ ਬ੍ਰੌਂਜ ਮੈਡਲ ਜਿੱਤਿਆ। ਤਾਂ ਦੋ ਨਾਮ ਤੇ ਆਪਣੇ ਸ਼ੌਰਿਆ ਸ਼ਰਮਾ, ਧਨੁਸ਼ ਸ਼੍ਰੀਕਾਂਤ ਇਹ ਦੋਵੇਂ ਸਾਥੀਓ ਮੈਡਲ ਲੈਣ ਵਾਲੇ ਕੀ ਨੇ? ਬੰਦੇ ਹੋਏ। ਧਨੁਸ਼ ਸ਼ਰਮਾ ਸ਼ੂਟਿੰਗ ਤੋਂ ਬ੍ਰੌਂਜ, 10 ਮੀਟਰ 에ਅਰ ਪਿਸਟਲ 골ਡ ਧਨੁਸ਼ ਸ਼੍ਰੀਕਾਂਤ ਦਾ। ਅੱਗੇ ਵਧਦੇ ਸਾਥੀਓ। ਇੱਕ ਨਾ ਬਹੁਤ ਵੱਡਾ ਪਲੇਅਰ ਸੀਗਾ, ਉਹਦਾ ਨਾਂ ਸੀਗਾ ਟੋਨੀ ਬਰੂਸ। ਟੋਨੀ ਬਰੂਸ ਇਹਦੀ 91 ਸਾਲ ਦੀ ਉਮਰ 'ਚ ਜਾ ਕੇ ਮੌਤ ਹੋਈ ਹੈ, ਪਰ ਇਹ ਪੁਰਾਣੇ ਸਮੇਂ 'ਚ ਬਹੁਤ ਵਧੀਆ ਪਲੇਅਰ ਰਿਹਾ। ਕੁਐਸਚਨ ਆਊਗਾ ਕਿ ਰੀਸੈਂਟ 'ਚ ਟੋਨੀ ਬਰੂਸ ਦੀ ਮੌਤ ਹੋਈ ਹੈ, ਕਿਹੜੀ ਗੇਮ ਨਾਲ ਸੰਬੰਧਿਤ ਸੀਗੇ ਸਾਥੀਓ? ਇਹ ਬਹੁਤ ਤਕੜੇ ਰੇਸਰ ਹੋਏ ਨੇ। ਫਾਰਮੂਲਾ 1 ਜਿਹੜੀ ਰੇਸਿੰਗ ਹੁੰਦੀ ਆ ਉਹਦੇ ਬਹੁਤ ਵਧੀਆ ਪਲੇਅਰ ਰਹੇ ਨੇ ਟੋਨੀ ਬਰੂਸ। ਕਾਰਾਂ ਵਾਲੀ ਕਾਰ ਭਜਾਉਣ ਦੀ ਜਿਹੜੀ ਰੇਸਿੰਗ ਹੈ ਫਾਰਮੂਲਾ 1 ਰੇਸਿੰਗ, ਉਹਦੇ ਬਹੁਤ ਵਧੀਆ ਪਲੇਅਰ ਸੀਗੇ ਟੋਨੀ ਬਰੂਸ। 91 ਸਾਲ ਦੀ ਉਮਰ 'ਚ ਇਹਦੀ ਮੌਤ ਹੋਈ ਆ। ਹਾਲਾਂਕਿ ਬੜਾ ਇੰਪੋਰਟੈਂਟ ਨਹੀਂ, ਪਰ ਫਿਰ ਵੀ 1964 ਦੇ ਵਿਚਕਾਰ ਉਦੋਂ ਸਟਾਰਟ ਹੋਈਆਂ ਸੀਗੀਆਂ ਫਾਰਮੂਲਾ ਕਾਰ ਰੇਸਿੰਗਾਂ। ਤਾਂ ਉਹਦੇ ਵਿਚਕਾਰੋਂ ਜਿਹੜੇ ਸਟਾਰਟਿੰਗ ਦੇ ਵਿਚਕਾਰ ਸੀਰੀਜ਼ ਜਿੱਤਣ ਵਾਲੇ ਚੈਂਪੀਅਨ ਸੀਗੇ ਉਹ ਕੌਣ ਸੀਗੇ? ਟੋਨੀ ਬਰੂਸ ਸੀਗੇ। 64 ਦੇ ਵਿੱਚ ਚੈਂਪੀਅਨ ਰਹੇ ਹੋਏ ਨੇ, ਪਰ ਬਹੁਤ ਨਾਂ ਚੱਲਦਾ ਰਿਹਾ ਇਹਨਾਂ ਦਾ ਪੁਰਾਣੇ ਸਮੇਂ ਦੇ ਵਿਚਕਾਰ। ਰੀਸੈਂਟ ਜਿਹਨਾਂ ਦੀ ਕੀ ਹੋਈ ਹੈ? ਮੌਤ ਹੋਈ ਹੈ, ਟੋਨੀ ਬਰੂਸ। ਅੱਗੇ ਚੱਲਦੇ ਹਾਂ ਸਾਥੀਓ। ਮਾੜੀ ਗੱਲ ਆ ਆਪਣੇ ਵਾਸਤੇ, ਕਿਉਂਕਿ ਇੱਕ ਨਾ ਰਿਪੋਰਟ ਆਉਂਦੀ ਆ ਵਰਲਡ ਪ੍ਰੈਸ ਫਰੀडम ਰਿਪੋਰਟ। ਬਹੁਤ ਹੀ ਵਧੀਆ ਰਿਪੋਰਟ ਆ, ਬਹੁਤ ਪੇਪਰਾਂ 'ਚ ਪੁੱਛੀ ਗਈ ਆ ਇਹ। ਵਰਲਡ ਪ੍ਰੈਸ ਫਰੀडम ਰਿਪੋਰਟ ਨਾਮ ਤੋਂ ਪਤਾ ਲੱਗ ਰਿਹਾ ਹੋਊਗਾ ਕਿਹੜੀ ਸਾਡੀ ਪ੍ਰੈਸ ਆ, ਜਿਹੜੀ ਸਾਡੀ ਪੱਤਰਕਾਰਤਾ ਕੀ ਉਹ ਕਿਸੇ ਦਬਾਅ 'ਤੇ ਨਹੀਂ ਕੰਮ ਕਰ ਰਹੀ, ਤਾਂ ਉਹਦੀ ਇੱਕ ਰੈਂਕਿੰਗ ਜਾਰੀ ਕਰਦੀ ਹੈ ਦੁਨੀਆ ਦੀ ਵੀ ਭਾਈ ਕਿਹੜਾ ਦੇਸ਼ ਦੀ ਪ੍ਰੈਸ ਵਧੀਆ, ਕਿਹੜੇ ਦੇਸ਼ ਦੀ ਪ੍ਰੈਸ ਕੀ ਮਾੜੀ ਆ। 4-5 ਸਾਲਾਂ ਤੋਂ ਭਾਰਤ ਦੀ ਪ੍ਰੈਸ ਦਾ ਜਿਹੜਾ ਨਾਮ ਆ ਰੈਂਕਿੰਗ ਉਹ ਕੀ ਆ ਰਿਹਾ ਹੈਗਾ? ਪਿੱਛੇ ਆ ਰਿਹਾ ਹੈਗਾ। ਟੋਟਲ 180 ਦੇਸ਼ਾਂ ਦੇ ਵਿੱਚ ਇਹ ਵਰਲਡ ਪ੍ਰੈਸ ਫਰੀडम ਰਿਪੋਰਟ ਕੱਢੀ ਜਾਂਦੀ ਹੈ ਵੀ ਕਿਹੜੇ ਦੇਸ਼ ਦੀ ਪੱਤਰਕਾਰਤਾ ਸਭ ਤੋਂ ਵਧੀਆ, ਖੁੱਲ੍ਹ ਕੇ ਬੋਲਦੀ ਆ,
ਵਿਰੋਧ ਕਰਨ ਲਈ ਥਾਂ ਤੇ ਵਿਰੋਧ ਕਰਦੀ ਆ, ਯਾਨੀ ਕਿ ਵਧੀਆ ਕੰਮ ਕਰਦੀ ਆ। ਤਾਂ ਉਹਦੇ ਵਿੱਚ 180 ਚੋਂ ਸਾਥੀਓ ਭਾਰਤ ਜਿਹੜੀ ਇਸ ਵਾਰ ਰੈਂਕਿੰਗ ਆਈ ਆ ਉਹ ਕਿਹੜੀ ਆਈ ਹੈ 150 ਰੈਂਕਿੰਗ, ਬਹੁਤ ਪਿੱਛੇ ਰੈਂਕਿੰਗ ਆਈ ਆ ਭਾਰਤ ਦੀ। ਪਹਿਲਾਂ ਭਾਰਤ ਦੀ ਰੈਂਕਿੰਗ 115 110 120 ਆਉਂਦੀ ਰਹੀ ਆ, ਪਰ ਹੁਣ ਕਾਫੀ ਘਟ ਗਈ। ਤਾਂ ਭਾਰਤ ਵਾਸਤੇ ਕੀ ਹੈ ਚਿੰਤਾ ਦਾ ਵਿਸ਼ਾ ਹੈਗਾ। ਤਾਂ 150 ਰੈਂਕਿੰਗ ਕੱਢੀ ਆ। ਜੇ ਕੁਐਸਚਨ ਆਇਆ ਕਿ ਸਭ ਤੋਂ ਪ੍ਰੈਸ ਫਰੀडम ਰਿਪੋर्ट 'ਚ ਪਹਿਲੇ ਨੰਬਰ ਤੇ ਆਇਆ ਸਾਥੀਓ, ਇਹਦਾ ਨਾਂ ਹੈਗਾ ਨਾਰਵੇ। ਨਾਰਵੇ ਦੇਸ਼ ਨੂੰ ਦੀ ਜਿਹੜੀ ਰੈਂਕਿੰਗ ਆ ਉਹ ਕਹੀ ਆ ਪਹਿਲੇ ਨੰਬਰ। ਨਾਰਵੇ ਦੇਸ਼ ਪਹਿਲੇ ਨੰਬਰ ਤੇ ਆਇਆ ਵਰਲਡ ਪ੍ਰੈਸ ਫਰੀडम ਰਿਪੋर्ट ਤੋਂ, ਜਦ ਕਿ ਭਾਰਤ ਦੀ ਜਿਹੜੀ ਰੈਂਕਿੰਗ ਆਈ ਆ ਉਹ 150ਵੇਂ ਨੰਬਰ ਤੇ, ਭਾਰਤ 150 ਨੰਬਰ ਤੇ ਕੀ ਆਇਆ ਭਾਰਤ। ਸਮਝੀ ਗੱਲ ਨੂੰ। ਤੁਹਾਡੇ ਵਾਸਤੇ ਕੁਐਸਚਨ ਆ, ਮੈਨੂੰ ਕੱਲ ਨੂੰ ਆਨਸਰ ਦਿਓ ਨਾਰਵੇ ਦੀ ਰਾਜਧਾਨੀ ਕਿਹੜੀ ਆ। ਬਹੁਤ ਪੇਪਰਾਂ 'ਚ ਪੁੱਛਿਆ ਗਿਆ। ਨਾਰਵੇ ਦਾ ਨਾਮ ਬਹੁਤ ਥਾਵੇਂ ਰਹਿੰਦਾ, ਨਾਰਵੇ ਦੇਸ਼ ਦਾ ਨਾਮ ਬਹੁਤ ਥਾਵੇਂ ਰਹਿੰਦਾ। ਨਾਰਵੇ 'ਚ ਬਹੁਤ ਤਕੜਾ ਸਿਸਟਮ ਆ। ਉੱਥੇ ਮੰਨ ਲਾ ਹਰੇਕ ਜਿਹੜਾ ਬੰਦਾ ਉਹਨਾਂ ਦਾ ਹੈਗਾ ਤਾਂ ਸਾਰੀ ਪੜ੍ਹਾਈ ਦਾ ਖਰਚਾ ਕੌਣ ਦਿੰਦੇ? ਨਾਰਵੇ ਵਾਲੇ ਦੇਣਗੇ, ਸਰਕਾਰ ਦਿੰਦੀ ਆ। ਜਿੰਨਾ ਚਿਰ ਬੱਚਾ 18 ਸਾਲ ਦਾ ਨਹੀਂ ਹੁੰਦਾ ਸਾਰਾ ਖਰਚਾ ਕੀ ਹੈਗਾ ਨਾਰਵੇ ਦੀ ਸਰਕਾਰ ਕੀ ਪੇ ਕਰਦੀ ਆ। ਜਿੰਨੇ ਬੀਮੇ ਨੇ LIC ਜਿਵੇਂ ਆਪਾਂ ਕਰਕੇ ਨਾ ਮੰਨ ਲਓ ਸਾਡੇ 60 ਵਜੇ ਜੀ ਜਦ ਬੀਮਾ ਕਰਾਵਾਂਗੇ ਤਾਂ ਹੀ ਆਪਾਂ ਰੁਪਏ ਬੀਮੇ ਵਾਲੇ ਦੇਣਗੇ ਨਾ, ਉੱਥੇ ਆਟੋਮੈਟਿਕਲੀ ਬੀਮਾ ਜਿਹੜਾ ਬੱਚਾ ਪੈਦਾ ਹੋ ਗਿਆ ਸਰਕਾਰ ਨੇ ਆਪੇ ਰੁਪਏ ਭਰ ਦਿੰਦੇ ਨੇ, ਬੀਮਾ ਆਪਣੇ ਆਪ ਹੋ ਜਾਂਦਾ ਬੱਚੇ ਦਾ। ਜੇਕਰ ਕੋਈ ਦਿੱਕਤ ਆਉਂਦੀ ਆ ਤਾਂ ਬੀਮੇ ਵਾਲੇ ਆਪੇ ਰੁਪਏ ਦਿੰਦੇ ਨੇ। ਤਾਂ ਇਹ ਜਿਹਾ ਬਹੁਤ ਤਕੜਾ ਸਿਸਟਮ ਨਾਰਵੇ 'ਚ ਹੈਗਾ। ਇਹ ਜਿਹੀਆਂ ਗੱਲਾਂ 'ਚ ਕੋਈ ਤੁੱਕਾ ਮਾਰਨਾ ਹੋਵੇ ਕਿ ਸਭ ਤੋਂ ਹੈਪੀਨੈਸ ਕੰਟਰੀ ਕਿਹੜੀ ਆ, ਸਭ ਤੋਂ ਵਧੀਆ ਕੰਟਰੀ 'ਚ ਕੀ ਹੋ ਰਿਹਾ, ਤਾਂ ਉਹਦਾ ਉੱਤਰ ਕੀ ਆਊਗਾ? ਨਾਰਵੇ ਆਊਗਾ। ਧਿਆਨ ਰੱਖਣਾ, ਤੁੱਕਾ ਮਾਰਨਾ ਹੋਵੇ ਤਾਂ ਨਾਰਵੇ ਤੋਂ ਵਧੀਆ। ਕੱਲ੍ਹ ਨੂੰ ਮੈਨੂੰ ਦੀ ਰਾਜਧਾਨੀ ਦੱਸਣੀ ਵੀ ਨਾਰਵੇ ਦੀ ਰਾਜਧਾਨੀ ਕਿਹੜੀ ਆ। ਅੱਗੇ ਵਧੋ। ਅੱਗੇ ਚੱਲਦੇ ਆ। ਅੱਗੇ ਸਾਥੀਓ ਇੱਕ ਨਵੀਂ ਰਿਪੋਰਟ ਆਈ ਆ ਫਾਰਮਾਸਿਊਟੀਕਲ। ਇਹ ਸਰਕਾਰ ਦਵਾਈਆਂ ਨੂੰ ਕਹਿੰਦੇ ਨੇ, ਦਵਾਈਆਂ ਦੀ ਇੱਕ ਰਿਪੋਰਟ ਆਈ ਆ। ਫਾਰਮਾਸਿਊਟੀਕਲ ਜਿਹੜੀ ਹੁੰਦੀਆਂ ਦਵਾਈਆਂ ਜਿਹੜੀਆਂ ਭਾਰਤ 'ਚ ਪੈਦਾ ਹੁੰਦੀਆਂ ਨੇ ਉਹ 'ਤੇ ਇੱਕ ਰਿਪੋਰਟ ਆਈ ਆ ਜਿਸ 'ਚ ਦੱਸਿਆ ਗਿਆ ਕਿ ਭਾਰਤ ਵੋਲਿਊਮ ਦੇ ਬੇਸ 'ਤੇ, ਵੋਲਿਊਮ ਭਾਵ ਕਿੰਨੀਆਂ ਦਵਾਈਆਂ ਪੈਦਾ ਹੁੰਦੀਆਂ ਨੇ, ਤਾਂ ਮਾਣ ਵਾਲੀ ਗੱਲ ਆ ਕਿ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਆ ਜਿੱਥੇ ਸਭ ਤੋਂ ਜ਼ਿਆਦਾ ਗਿਣਤੀ 'ਚ ਦਵਾਈਆਂ ਕੀ ਹੁੰਦੀਆਂ ਨੇ ਪੈਦਾ ਹੁੰਦੀਆਂ। ਧਿਆਨ ਰੱਖਣਾ। ਤਾਂ ਦੁਨੀਆ ਦੀਆਂ ਤੀਜੇ ਨੰਬਰ ਸਭ ਤੋਂ ਵੱਡਾ ਦੇਸ਼ ਕਿਹੜਾ ਹੈਗਾ? ਭਾਰਤ ਆ। ਐਜ਼ ਯੂਜਲ ਪਹਿਲੇ ਨੰਬਰ 'ਤੇ ਕੌਣ ਹੈਗਾ? ਅਮਰੀਕਾ। ਦੂਜੇ ਨੰਬਰ 'ਤੇ ਕੌਣ ਹੈਗਾ? ਚੀਨ। ਆਹ ਦੇਸ਼ ਨਾਲ ਰਹਿੰਦੇ ਨੇ। ਤੀਜੇ 'ਤੇ ਸਾਥੀਓ ਭਾਰਤ ਰਹਿੰਦੇ ਰਹਿੰਦਾ। ਅੱਜ ਕੱਲ੍ਹ ਤੀਜੇ 'ਤੇ ਭਾਰਤ ਰਹਿਣ ਲੱਗ ਗਿਆ। ਭਾਰਤ ਬਹੁਤ ਵੱਡਾ ਦੇਸ਼ ਬਣ ਚੁੱਕਿਆ। ਹੁਣ ਤੁੱਕਾ ਮਾਰਨਾ ਹੋਵੇ USA ਚਾਈਨਾ ਪਹਿਲੇ ਦੂਜੇ 'ਤੇ, ਤੀਜੇ ਦਿਨ ਜਾ ਕੀ ਹੋਊਗਾ? ਭਾਰਤ ਹੋਊਗਾ। ਤੀਜੇ ਨੰਬਰ 'ਤੇ ਭਾਰਤ ਆ ਗਿਆ। ਵੋਲਿਊਮ ਦੇ ਪੱਧਰ ਤੋਂ ਸਭ ਤੋਂ ਜ਼ਿਆਦਾ ਤੀਜੇ ਨੰਬਰ ਦਵਾਈਆਂ ਕਿਹ 'ਚ ਪੈਦਾ ਹੁੰਦੀਆਂ ਨੇ? ਭਾਰਤ ਵਿੱਚ ਪੈਦਾ ਹੁੰਦੀਆਂ ਨੇ। ਸਾਥੀਓ ਇੱਕ ਤੁਹਾਨੂੰ ਹੋਰ ਐਕਸਟਰਾ ਗੱਲ ਦੱਸਦਾ। ਪੂਨੇ ਨੂੰ ਸਾਡੀ ਭਾਰਤ ਦੀ ਪਹਿਲੀ ਮੈਡੀਕਲ ਸਿਟੀ ਦਾ ਦਰਜਾ ਦੇ ਦਿੱਤਾ ਗਿਆ। ਪੂਨੇ ਨੂੰ ਮੈਡੀਕਲ ਸਿਟੀ ਦਾ ਕੀ ਦਿੱਤਾ ਗਿਆ? ਦਰਜਾ ਦਿੱਤਾ ਗਿਆ। ਤਾਂ ਭਾਰਤ ਦੀ ਪਹਿਲੀ ਮੈਡੀਕਲ ਸਿਟੀ ਕਿਹੜੀ ਆ? ਪੂਨੇ। ਮੈਡੀਕਲ ਸਿਟੀ ਦਾ ਮਤਲਬ ਕੀ ਆ? ਵੀ ਕੋਈ ਮਰਜ਼ੀ ਪ੍ਰੋਬਲਮ ਆ, ਕੋਈ ਮਰਜ਼ੀ ਦਿੱਕਤ ਆ ਤਾਂ ਤੁਸੀਂ ਕਿੱਥੇ ਵਗ ਜਾਓ? ਪੂਨੇ ਵਗ ਜਾਓ, ਤੁਹਾਡਾ ਉੱਥੇ ਇਲਾਜ ਤੁਹਾਨੂੰ ਮਿਲੂਗਾ ਹੀ ਮਿਲੂਗਾ, ਇਲਾਜ ਤੁਹਾਡਾ ਹੋਊਗਾ ਹੀ ਹੋਊਗਾ। ਇਕੱਲੇ ਭਾਰਤ ਵਾਸਤੇ ਨਹੀਂ, ਦੁਨੀਆ ਦੇ ਦੇਸ਼ ਵੀ, ਦੁਨੀਆ ਦੀਆਂ ਕੰਟਰੀਜ਼ ਵੀ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਪੂਨੇ ਜਾਂਦੇ ਨੇ, ਉਹ ਪੂਨੇ ਜਾ ਕੇ ਆਪਣਾ ਇਲਾਜ ਕਰਾਉਂਦੇ ਨੇ। ਅੱਜ ਤੋਂ ਸਾਲ 2 ਸਾਲ ਪਹਿਲਾਂ ਇੱਕ ਬੰਦਾ ਸੀਗਾ, ਉਹਦਾ ਵਜ਼ਨ ਨਾ 400-500 ਕਿਲੋ ਵੱਧ ਗਿਆ, 400-500 ਕਿਲੋ ਵਜ਼ਨ ਹੋ ਗਿਆ ਉਹਦਾ। ਤਾਂ ਉਹ ਕਹਿੰਦਾ ਮੈਂ ਇੱਥੋਂ ਵੀ ਤੁਰਿਆ ਵੀ ਨਹੀਂ ਜਾ ਰਿਹਾ, ਮੇਰੇ ਇੰਨਾ ਬੁਰਾ ਹਾਲ ਆ। ਤਾਂ ਉਹ ਸਰਜਰੀ ਕਰਾਈ ਉਹਨੇ, ਜਿਹੜਾ ਵਾਧੂ ਮਾਸ ਸੀਗਾ ਉਹ ਕਰਾਇਆ, ਹਟਾਇਆ। ਕਿੱਥੇ ਆਇਆ ਉਹ? ਇੰਡੀਆ 'ਚ ਪੂਨੇ ਆਇਆ। ਪੂਨੇ ਉਹਦਾ ਇਲਾਜ ਕੀਤਾ ਗਿਆ। ਅਬ ਇਹ ਇਲਾਜ ਕਿਤੇ ਨਹੀਂ ਮਿਲਿਆ ਉਹਨੂੰ, ਦੁਨੀਆ 'ਚ ਕਿੱਥੇ ਸੀਗਾ? ਪੂਨੇ ਸੀਗਾ। ਤਾਂ ਇੱਦਾਂ ਕਰਕੇ ਪੂਨੇ ਨੂੰ ਕਾਫੀ ਵੱਡਾ ਹੱਬ ਬਣਾ ਰਹੇ ਨੇ ਕਿਹਦੇ ਖੇਤਰ 'ਚ? ਮੈਡੀਕਲ ਦੇ ਖੇਤਰ ਦੇ। ਇੱਥੇ ਹੀ ਕੀ ਚਲਾਈ ਜਾ ਰਹੀ ਆ? ਹੈਲੀਕਾਪਟਰ ਐਂਬੂਲੈਂਸ ਹੀ ਚਲਾਈ ਜਾ ਰਹੀ ਹੈ। ਹੈਲੀਕਾਪਟਰ ਐਂਬੂਲੈਂਸ ਵੀ ਭਾਈ ਬੰਦਾ ਬਾਹਲਾ ਬਿਮਾਰ ਹੈਗਾ, ਮਰਨ ਵਾਲਾ, ਥੱਲੇ ਤਾਂ ਜਾਮ ਲੱਗ ਸਕਦਾ, ਤਾਂ ਹੈਲੀਕਾਪਟਰ ਆਊਗਾ ਹਸਪਤਾਲ ਦੇ ਉੱਪਰਲੇ ਪਾਸੇ, ਬੰਦਾ ਹੈਲੀਕਾਪਟਰ ਬਿਠਾਇਆ, ਚੱਕ ਕੇ ਕਿੱਧਰਲੇ ਪਾਸੇ ਲੈ ਕੇ ਦੂਜੇ ਪਾਸੇ ਮੂਵ ਕਰਤਾ ਤਾਂ ਕਿ ਬੰਦੇ ਦਾ ਸਮਾਂ ਦਾ ਡਿਸਟ ਹੋ ਕੇ ਬਚ ਸਕੇ। ਇਹ ਜਿਹੇ ਕੰਮ ਕਿਹਦੇ ਵਿੱਚ ਕਰ ਕੀਤੇ ਜਾ ਰਹੇ ਨੇ? ਪੂਨੇ ਦੇ ਵਿੱਚ ਕੀਤੇ ਜਾ ਰਹੇ। ਤਾਂ ਪੂਨੇ ਨੂੰ ਕੀ ਬਣਾਇਆ ਜਾ ਰਿਹਾ? ਸਾਡਾ ਹੈਲੀ ਹੱਬ ਬਣਾਇਆ ਜਾ ਰਿਹਾ ਹੈਗਾ, ਜਿੱਥੇ ਹੈਲੀਕਾਪਟਰ ਐਂਬੂਲੈਂਸ, ਮੈਡੀਕਲ ਸਿਟੀ ਸਾਰਾ ਕੁਝ ਕੀ ਕਰਾਇਆ ਜਾਊਗਾ? ਪ੍ਰੋਵਾਈਡ ਕਰਵਾਇਆ ਜਾਊਗਾ। ਅੱਗੇ ਲਿਖੋ ਸਾਥੀਓ, ਮੇਰੀ ਗੱਲ ਰਹਿ ਗਈ ਸੀ ਵਿੱਚ ਮੇਰੀ, ਪਰ ਜੇਕਰ ਤੁਹਾਨੂੰ ਪੁੱਛੇ ਵੀ ਰੁਪਈਆਂ ਦੇ ਖੇਤਰ ਦੇ ਵਿੱਚ, ਰੁਪਈਆਂ ਦੇ ਮਾਮਲੇ 'ਚ ਫਾਰਮਾਂ 'ਚ ਭਾਰਤ ਦਾ ਕਿਹੜਾ ਸਥਾਨ? ਉਹ ਤਾਂ ਸੀ ਬਣਾਉਣ 'ਚ ਨਾ, ਪਰ ਇਹ ਭਾਰਤ ਦੀ ਹਜੇ ਥੋੜ੍ਹੀ ਜਿਹੀ ਪ੍ਰੋਬਲਮ ਆ। ਭਾਰਤ ਮਹਿੰਗੀਆਂ ਦਵਾਈਆਂ ਨਹੀਂ ਬਣਾ ਰਿਹਾ, ਭਾਰਤ ਸਸਤੀਆਂ, ਪੈਰਾਸੀਟਾਮੋਲ ਹੋ ਗਈ, ਸਮਝੇ ਗੱਲ ਨੂੰ, ਜਾਂ ਡਿਕਲੋ ਹੋ ਗਈ, ਉਹ ਦਵਾਈਆਂ ਜਿਹਦੀ ਮਾਰਕੀਟ ਵੈਲਿਊ ਘੱਟ ਆ ਉਹ ਵੱਡੀ ਗਿਣਤੀ 'ਚ ਭਾਰਤ 'ਚ ਪੈਦਾ ਹੁੰਦੀਆਂ ਨੇ। ਜਿੰਨੀਆਂ ਵੀ ਸਸਤੀਆਂ ਦਵਾਈਆਂ ਨੇ ਉਹਦਾ ਵੱਡਾ ਕੇਂਦਰ ਕੌਣ ਹੈਗਾ? ਭਾਰਤ ਆ। ਰੁਪਈਆਂ ਦੇ ਮਾਮਲੇ 'ਚ ਸਾਥੀਓ ਭਾਰਤ ਦੁਨੀਆ ਦਾ 14ਵਾਂ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਕੀ ਦਵਾਈਆਂ ਕੀ ਪੈਦਾ ਹੁੰਦੀਆਂ। ਦੁਨੀਆ ਦੀਆਂ 6% ਦਵਾਈਆਂ, ਦੁਨੀਆ ਦੀਆਂ 6% ਦਵਾਈਆਂ ਕਿੱਥੇ ਪੈਦਾ ਹੁੰਦੀਆਂ ਨੇ? ਭਾਰਤ 'ਚ ਪੈਦਾ। ਤਾਂ ਤਿੰਨ ਗੱਲਾਂ ਰੱਖਣੀਆਂ ਨੇ।
ਕਿ ਆਕਾਰ ਵਿੱਚ ਸਭ ਤੋਂ ਜ਼ਿਆਦਾ ਭਾਰਤ ਵਿੱਚ ਤੀਜੇ ਨੰਬਰ ਤੇ ਆ, ਰੁਪਈਆਂ ਦੇ ਮਾਮਲੇ ਵਿੱਚ ਭਾਰਤ ਤੀਜੇ ਤੇ, ਰੁਪਈਆਂ ਦੇ ਮਾਮਲੇ ਵਿੱਚ ਭਾਰਤ 14ਵੇਂ ਨੰਬਰ ਤੇ ਆ, ਕਿਉਂਕਿ ਭਾਰਤ ਦੀਆਂ ਦਵਾਈਆਂ ਸਸਤੀਆਂ ਨੇ ਤੇ ਜਦੋਂ ਬਾਹਰ ਵੇਚਣ ਵੀ ਜਾਂਦੇ ਆ ਉਹਦੀ ਮਾਰਕੀਟ ਵੈਲਿਊ ਜ਼ਿਆਦਾ ਨਹੀਂ ਹੁੰਦੀ, ਜਿਹਦੇ ਕਰਕੇ ਕੀ ਆ ਉਹਨੂੰ ਰੁਪਈਆ ਜ਼ਿਆਦਾ ਕਮਾਉਣ ਨੂੰ ਨਹੀਂ ਮਿਲਦਾ। ਤੀਜੇ ਨੰਬਰ 'ਤੇ ਕੁਐਸਚਨ ਆਇਆ ਕਿ ਦੁਨੀਆ 'ਚ ਕਿੰਨੇ % ਦਵਾਈਆਂ ਭਾਰਤ 'ਚ ਪੈਦਾ ਹੁੰਦੀਆਂ ਨੇ, ਤਾਂ 6%। 100 ਤੋਂ 6 ਦਵਾਈਆਂ ਕਿੱਥੇ ਪੈਦਾ ਹੋਣਗੀਆਂ, ਭਾਰਤ ਵਿੱਚ ਪੈਦਾ ਹੋਣਗੀਆਂ, ਤਾਂ 6% ਦਵਾਈਆਂ ਕੀ ਭਾਰਤ ਵਿੱਚ ਸਾਨੂੰ ਮਿਲਦੀਆਂ। ਤਿੰਨੇ ਬਣ ਸਕਦੀਆਂ ਨੇ, ਲਿਖੂਗਾ ਬਾਈ ਵੋਲਿਊਮ, ਵੋਲਿਊਮ ਉਹਨੂੰ ਕਹਿਣਗੇ ਵੋਲਿਊਮ 'ਚ। ਤੀਜੇ ਨੰਬਰ ਤੇ ਆ ਰੁਪਏ ਵੈਲਿਊ, ਮਨੀ ਵੈਲਿਊ ਦੇ ਹਿਸਾਬ ਤੇ ਕਿੰਨੇ ਨੰਬਰ ਤੇ ਆ, 14ਵੇਂ ਨੰਬਰ ਤੇ ਆ, ਜਦ ਕਿ ਪਰਸੈਂਟੇਜ ਵਾਈਜ਼ ਭਾਰਤ 'ਚ ਕਿੰਨੀਆਂ ਪੈਦਾ ਹੁੰਦੀਆਂ, 6%। ਇਹ ਤਿੰਨ ਕੁਐਸਚਨ ਬਣ ਗਏ ਇਹਦੇ ਵਿੱਚ, ਸਮਝ ਲੱਗ ਰਹੀ ਗੱਲ ਦੀ। ठीक है, लास्ट क्वेश्चन अज का करंट अफेयर का की क्वेश्चन है साथियों, एक अवार्ड सीगा कॉमनवैल्थ पॉइंट ऑफ लाइट अवार्ड, कॉमनवैल्थ पॉइंट ऑफ लाइट अवार्ड साथियों एक अवार्ड आ। कॉमनवैल्थ देश किहड़े ने, वो देश जो किसी समय अंग्रेज़ों के अधीन रहे सीगे, उन्होंने इकट्ठिया ने होकर एक ग्रुप बनाया जिन्होंने कहते हैं कॉमनवैल्थ कंट्री। भारत, पाकिस्तान, श्रीलंका, केनिया, ये सारे कॉमनवैल्थ कंट्रीज ने। कॉमनवैल्थ पॉइंट ऑफ लाइट अवार्ड तो साथियों हर साल कुछ ना कुछ करते रहते हैं। इस साल इन्होंने अवार्ड तो तो वधिया कोई मतलब कि किसी खेतर के जेकर काम किया होगा उन्होंने अवार्ड तो होगा। तो रीसेंट के अवार्ड मिलेगा कॉमनवैल्थ पॉइंट ऑफ लाइट अवार्ड किनों मिलेगा, किशोर कुमार दास। किशोर कुमार दास कौन ने? किशोर कुमार दास। क्वेश्चन आऊगा कि कितों बिलोंग करते हैं साथियों, भारत के नहीं है, ये है बंगलादेश। तो बंगलादेश के किशोर कुमार दास ने पढ़ाई पर बहुत फोकस किया, बहुत ही ज़्यादा बड़े पद्धर पर फ्री ऑफ कॉस्ट स्कूल खोले ने इन्होंने कितने बंगलादेश के, जिहदे करके एजुकेशन में बढ़ाने में बंगलादेश का बहुत ज़्यादा योगदान कितना किशोर कुमार दास का। ये उन्होंने कॉमनवैल्थ पॉइंट ऑफ लाइट अवार्ड